किताब अल्कोहलिक्स एनोनिमस चैप्टर 6 अमल विच लियाउणा। अपनी निजी सूची बना लैण बाद असीं इस बारे की करीए। असीं एक नवां नज़रिया पाउण लई अपने सिरजणहार नाल एक नवां संबंध ਅਤੇ ਆਪਣੇ ਰਸਤੇ ਦੀਆਂ ਰੁਕਾਵਟਾਂ ਲੱਭਣ ਦੀ ਕੋਸ਼ਿਸ਼ ਕਰਦੇ ਰਹੇ ਹਾਂ। ਅਸੀਂ ਕੁਝ ਦੋਸ਼ ਮੰਨ ਲਏ ਹਨ। ਅਸੀਂ ਲਗਭਗ ਜਾਣ ਲਿਆ ਹੈ ਕਿ ਪਰੇਸ਼ਾਨੀ ਕੀ ਹੈ। ਅਸੀਂ ਆਪਣੀ ਨਿੱਜੀ ਸੂਚੀ ਵਿੱਚ ਖਾਮੀਆਂ ਦੀ ਨਿਸ਼ਾਨਦੇਹੀ ਕਰ ਲਈ ਹੈ। ਹੁਣ ਇਹਨਾਂ ਨੂੰ ਲਗਭਗ ਬਾਹਰ ਕੱਢਣਾ ਹੈ। ਇਸ ਲਈ ਸਾਡੇ ਵੱਲੋਂ ਅੱਗੇ ਕਾਰਵਾਈ ਦੀ ਜ਼ਰੂਰਤ ਹੈ, ਜਿਹੜੀ ਜਦ ਪੂਰੀ ਹੋਵੇਗੀ ਦਾ ਮਤਲਬ ਹੋਵੇਗਾ ਕਿ ਅਸੀਂ ਰੱਬ ਅੱਗੇ, ਆਪਣੇ ਨਾਲ ਅਤੇ ਇੱਕ ਹੋਰ ਵਿਅਕਤੀ ਸਾਹਮਣੇ ਆਪਣੀਆਂ ਖਾਮੀਆਂ ਨੂੰ ਸਹੀ ਰੂਪ ਵਿੱਚ ਮੰਨ ਲਿਆ ਹੈ। ਇਸ ਨਾਲ ਹੀ ਅਸੀਂ ਪਿਛਲੇ ਚੈਪਟਰ ਵਿੱਚ ਦਰਸਾਏ ਰੋਗ ਮੁਕਤੀ ਦੇ ਪ੍ਰੋਗਰਾਮ ਦੇ 5ਵੇਂ ਕਦਮ ਤੇ ਪਹੁੰਚਦੇ ਹਾਂ। ਇਹ ਸ਼ਾਇਦ ਮੁਸ਼ਕਿਲ ਹੈ, ਖਾਸ ਤੌਰ ਤੇ ਆਪਣੀਆਂ ਖਾਮੀਆਂ ਦਾ ਦੂਜੇ ਵਿਅਕਤੀ ਨਾਲ ਵਿਚਾਰ ਵਟਾਂਦਰਾ ਕਰਨਾ। ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਆਪਣੇ ਆਪ ਨਾਲ ਮੰਨ ਕੇ ਹੀ ਅਸੀਂ ਕਾਫੀ ਕੁਝ ਕਰ ਲਿਆ ਹੈ। ਇੱਥੇ ਇਸ ਬਾਰੇ ਸ਼ੱਕ ਹੈ। ਅਸਲੀਅਤ ਵਿੱਚ ਅਭਿਆਸ ਕਰਦਿਆਂ ਅਸੀਂ ਆਮ ਤੌਰ ਤੇ ਪਾਇਆ ਕਿ ਇਕੱਲਿਆਂ ਹੀ ਆਪਣੇ ਬਾਰੇ ਲੇਖਾ ਜੋਖਾ ਕਰਨਾ ਕਾਫੀ ਨਹੀਂ। ਸਾਡੇ ਵਿੱਚੋਂ ਕਈਆਂ ਨੇ ਸੋਚਿਆ ਕਿ ਇਸ ਤੋਂ ਕਾਫੀ ਅੱਗੇ ਜਾਣਾ ਜ਼ਰੂਰੀ ਹੈ। ਜਦੋਂ ਸਾਨੂੰ ਅਜਿਹੇ ਕਰਨ ਦੇ ਚੰਗੇ ਕਾਰਨਾਂ ਦਾ ਪਤਾ ਲੱਗੇਗਾ ਤਾਂ ਅਸੀਂ ਦੂਜੇ ਵਿਅਕਤੀ ਨਾਲ ਆਪਣੇ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਜ਼ਿਆਦਾ ਸਹਿਮਤ ਹੋਵਾਂਗੇ। ਸਭ ਤੋਂ ਵਧੀਆ ਕਾਰਨ, ਪਹਿਲਾ, ਜੇ ਅਸੀਂ ਇਸ ਮਹੱਤਵਪੂਰਨ ਕਦਮ ਨੂੰ ਟਾਲ ਦਿੰਦੇ ਹਾਂ ਤਾਂ ਅਸੀਂ ਸ਼ਾਇਦ ਸ਼ਰਾਬ ਪੀਣ ਤੋਂ ਬਾਹਰ ਨਾ ਨਿਕਲ ਸਕੀਏ। ਬਾਰ-ਬਾਰ ਨਵੇਂ ਆਉਣ ਵਾਲਿਆਂ ਨੇ ਆਪਣੀ ਜ਼ਿੰਦਗੀ ਦੇ ਕਈ ਤੱਥਾਂ ਨੂੰ ਆਪਣੇ ਤੱਕ ਸੀਮਿਤ ਰੱਖਣ ਦੀ ਕੋਸ਼ਿਸ਼ ਕੀਤੀ। ਨਿਮਰਤਾ ਲਿਆਉਣ ਵਾਲੇ ਇਸ ਤਜਰਬੇ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਉਹਨਾਂ ਨੇ ਸੌਖੇ ਤਰੀਕੇ ਅਪਣਾ ਲਏ। ਲਗਭਗ ਉਹਨਾਂ ਨੇ ਸ਼ਰਾਬ ਪੀ ਹੀ ਲਈ। ਉਹ ਹੈਰਾਨ ਸੀ ਕਿ ਬਾਕੀ ਪ੍ਰੋਗਰਾਮ ਨੂੰ ਯਤਨ ਨਾਲ ਕਰਦਿਆਂ ਹੋਇਆਂ ਵੀ ਉਹ ਅਸਫਲ ਕਿਉਂ ਹੋਏ। ਅਸੀਂ ਸੋਚਦੇ ਹਾਂ ਕਿ ਇਸ ਦਾ ਕਾਰਨ ਇਹੀ ਹੈ ਕਿ ਉਹਨਾਂ ਨੇ ਕਦੇ ਵੀ ਪੂਰੀ ਤਰ੍ਹਾਂ ਆਪਣੇ ਮਨ ਦੀ ਸਫਾਈ ਨਹੀਂ ਕੀਤੀ ਸੀ। ਇਹ ਠੀਕ ਹੈ ਕਿ ਉਹਨਾਂ ਨੇ ਆਪਣੀ ਸੂਚੀ ਬਣਾਈ, ਪਰ ਕੁਝ ਸਭ ਤੋਂ ਭੈੜੇ ਤੱਥਾਂ ਨੂੰ ਜਕੜ ਕੇ ਹੀ ਰੱਖਿਆ। ਇਹ ਉਹਨਾਂ ਦਾ ਖਿਆਲ ਹੀ ਸੀ ਕਿ ਉਹਨਾਂ ਦੇ ਹੰਕਾਰ ਅਤੇ ਡਰ ਦੂਰ ਹੋ ਗਏ ਹਨ। ਇਹ ਉਹਨਾਂ ਦਾ ਖਿਆਲ ਹੀ ਸੀ ਕਿ ਉਹ ਨਿਮਰ ਹੋ ਗਏ ਹਨ। ਪਰ ਉਹਨਾਂ ਨੇ ਉਦੋਂ ਤੱਕ ਓਨੀ ਨਿਮਰਤਾ, ਨਿਡਰਤਾ ਅਤੇ ਇਮਾਨਦਾਰੀ ਨਹੀਂ ਸਿੱਖੀ ਜਿੰਨੀ ਕਿ ਸਾਡੀ ਸਮਝ ਅਨੁਸਾਰ ਜ਼ਰੂਰੀ ਹੈ। ਜਦ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਹਾਣੀ ਕਿਸੇ ਹੋਰ ਨੂੰ ਨਾ ਦੱਸ ਲਈ। ਆਮ ਲੋਕਾਂ ਤੋਂ ਵੀ ਜ਼ਿਆਦਾ ਸ਼ਰਾਬੀ ਇੱਕ ਦੂਹਰਾ ਜੀਵਨ ਬਤੀਤ ਕਰਦਾ ਹੈ। ਉਹ ਪੱਕਾ ਕਲਾਕਾਰ ਹੀ ਹੈ। ਬਾਹਰਲੀ ਦੁਨੀਆ ਨੂੰ ਉਹ ਆਪਣਾ ਮੰਚ ਵਾਲਾ ਕਿਰਦਾਰ ਹੀ ਪੇਸ਼ ਕਰਦਾ ਹੈ। ਇਹੀ ਰੂਪ ਉਹ ਚਾਹੁੰਦਾ ਹੈ ਕਿ ਉਸ ਦੇ ਸਾਥੀ ਵੇਖਣ। ਉਹ ਇੱਕ ਖਾਸ ਤਰ੍ਹਾਂ ਦੀ ਸਾਖ ਮਾਣਨਾ ਚਾਹੁੰਦਾ ਹੈ, ਪਰ ਉਹ ਦਿਲੋਂ ਜਾਣਦਾ ਹੈ ਕਿ ਉਹ ਇਸ ਦਾ ਹੱਕਦਾਰ ਨਹੀਂ। ਆਪਣੀ ਸ਼ਰਾਬ ਦੀ ਝੜੀ ਦੌਰਾਨ ਜੋ ਕੁਝ ਉਹ ਕਰਦਾ ਹੈ, ਉਸ ਨਾਲ ਅਸਥਿਰਤਾ ਦੀ ਹਾਲਤ ਹੋਰ ਵੀ ਭੈੜੀ ਹੋ ਜਾਂਦੀ ਹੈ। ਹੋਸ਼ ਵਿੱਚ ਆਉਂਦਿਆਂ ਹੀ ਕੁਝ ਘਟਨਾਵਾਂ 'ਤੇ ਜੋ ਉਸ ਨੂੰ ਥੋੜ੍ਹੀਆਂ ਬਹੁਤ ਯਾਦ ਰਹਿੰਦੀਆਂ ਹਨ, ਉਹ ਬਾਗੀ ਹੋ ਉੱਠਦਾ ਹੈ। ਇਹ ਯਾਦਾਂ ਡਰਾਉਣਾ ਸੁਪਨਾ ਹਨ। ਉਹ ਇਹ ਸੋਚ ਕੇ ਹੀ ਕੰਬ ਜਾਂਦਾ ਹੈ ਕਿ ਕਿਸੇ ਨੇ ਉਸ ਨੂੰ ਵੇਖ ਲਿਆ ਹੋਵੇਗਾ। ਜਿੰਨੀ ਛੇਤੀ ਹੋ ਸਕੇ ਉਹ ਇਹਨਾਂ ਯਾਦਾਂ ਨੂੰ ਆਪਣੇ ਅੰਦਰ ਬਹੁਤ ਗਹਿਰਾਈ ਤੱਕ ਦਫਨ ਕਰ ਦਿੰਦਾ ਹੈ। ਉਸ ਨੂੰ ਆਸ ਹੈ ਕਿ ਇਹ ਹੁਣ ਕਦੇ ਨਹੀਂ ਉੱਭਰਨਗੀਆਂ। ਉਹ ਲਗਾਤਾਰ ਡਰ ਅਤੇ ਤਣਾਅ ਵਿੱਚ ਰਹਿੰਦਾ ਹੈ। ਇਸ ਕਰਕੇ ਉਹ ਜ਼ਿਆਦਾ ਪੀਣ ਲੱਗ ਜਾਂਦਾ ਹੈ। ਮਨੋਵਿਗਿਆਨੀ ਸਾਡੇ ਨਾਲ ਸਹਿਮਤ ਹੋਣ ਲਈ ਤਿਆਰ ਹਨ। ਅਸੀਂ ਜਾਂਚ ਕਰਾਉਣ ਲਈ ਲੱਖਾਂ ਰੁਪਏ ਖਰਚ ਕੀਤੇ ਹਨ। ਅਸੀਂ ਇਹੋ ਜਿਹੇ ਘੱਟ ਉਦਾਹਰਨ ਜਾਣਦੇ ਹਾਂ ਜਦੋਂ ਅਸੀਂ ਡਾਕਟਰਾਂ ਨੂੰ ਉਚਿਤ ਮੌਕਾ ਦਿੱਤਾ ਹੋਵੇ। ਅਸੀਂ ਨਾ ਹੀ ਕਦੇ ਉਹਨਾਂ ਨੂੰ ਪੂਰੀ ਸੱਚਾਈ ਦੱਸੀ ਅਤੇ ਨਾ ਹੀ ਉਹਨਾਂ ਦੀ ਸਲਾਹ ਮੰਨੀ। ਇਹਨਾਂ ਹਮਦਰਦ ਵਿਅਕਤੀਆਂ ਨਾਲ ਇਮਾਨਦਾਰ ਹੋਣ ਦੀ ਇੱਛਾ ਨਾ ਰੱਖ ਕੇ ਅਸੀਂ ਕਿਸੇ ਹੋਰ ਨਾਲ ਵੀ ਇਮਾਨਦਾਰ ਨਹੀਂ ਹੋਏ। ਕੋਈ ਵੱਡੀ ਹੈਰਾਨੀ ਵਾਲੀ ਗੱਲ ਨਹੀਂ
ਕਿ ਡਾਕਟਰੀ ਕਿੱਤੇ ਵਿੱਚ ਬਹੁਤ ਸਾਰਿਆਂ ਦੀ ਸ਼ਰਾਬੀਆਂ ਬਾਰੇ ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾਵਾਂ ਪ੍ਰਤੀ ਕੋਈ ਉੱਚੀ ਰਾਏ ਨਹੀਂ। ਜੇ ਅਸੀਂ ਇਸ ਦੁਨੀਆ ਵਿੱਚ ਜ਼ਿਆਦਾ ਦੇਰ ਤੱਕ ਜਾਂ ਖੁਸ਼ੀ ਨਾਲ ਜਿਉਣ ਦੀ ਆਸ ਕਰਦੇ ਹਾਂ ਤਾਂ ਕਿਸੇ ਨਾ ਕਿਸੇ ਨਾਲ ਸਾਨੂੰ ਪੂਰਾ ਇਮਾਨਦਾਰ ਹੋਣਾ ਹੀ ਪਵੇਗਾ। ਇਹ ਠੀਕ ਵੀ ਹੈ ਅਤੇ ਕੁਦਰਤੀ ਵੀ ਕਿ ਜਿਸ ਵਿਅਕਤੀ ਨਾਲ ਇਹ ਨਿੱਜੀ ਅਤੇ ਗੁਪਤ ਕਦਮ ਲੈਣਾ ਹੈ ਉਸ ਨੂੰ ਚੁਣਨ ਤੋਂ ਪਹਿਲਾਂ ਅਸੀਂ ਚੰਗੀ ਤਰ੍ਹਾਂ ਸੋਚ ਵਿਚਾਰ ਲਈਏ। ਸਾਡੇ ਵਿੱਚੋਂ ਜਿਹੜੇ ਉਸ ਧਾਰਮਿਕ ਫਿਰਕੇ ਨਾਲ ਸੰਬੰਧਿਤ ਹਨ ਜਿਸ ਵਿੱਚ ਆਪਣੇ ਦੋਸ਼ਾਂ ਨੂੰ ਕਬੂਲ ਕਰਨ ਦੀ ਜ਼ਰੂਰੀ ਲੋੜ ਹੈ, ਉਹ ਨਿਸ਼ਚਿਤ ਹੀ ਉਚਿਤ ਢੰਗ ਨਾਲ ਨਿਯੁਕਤ ਅਧਿਕਾਰੀ ਕੋਲ, ਜਿਸ ਦਾ ਕੰਮ ਦੋਸ਼ ਸੁਣਨਾ ਹੈ, ਜਾਣਾ ਹੀ ਪਸੰਦ ਕਰਨਗੇ। ਹਾਲਾਂਕਿ ਸਾਡਾ ਧਰਮ ਨਾਲ ਕੋਈ ਸੰਬੰਧ ਨਹੀਂ, ਪਰ ਫਿਰ ਵੀ ਇੱਕ ਸਥਾਪਿਤ ਧਰਮ ਦੇ ਨਿਯੁਕਤ ਨੁਮਾਇੰਦੇ ਦੇ ਨਾਲ ਗੱਲਬਾਤ ਕਰਨੀ ਬਿਹਤਰ ਹੋਵੇਗੀ। ਅਸੀਂ ਅਕਸਰ ਪਾਇਆ ਕਿ ਇਹੋ ਜਿਹਾ ਵਿਅਕਤੀ ਸਾਡੀ ਮੁਸ਼ਕਿਲ ਨੂੰ ਛੇਤੀ ਸਮਝਦਾ ਹੈ। ਬੇਸ਼ੱਕ ਸਾਡਾ ਕਈ ਵਾਰ ਅਜਿਹੇ ਲੋਕਾਂ ਨਾਲ ਵੀ ਵਾਹ ਪਿਆ ਹੈ ਜਿਹੜੇ ਸ਼ਰਾਬੀਆਂ ਨੂੰ ਨਹੀਂ ਸਮਝਦੇ। ਜੇ ਅਸੀਂ ਇਹ ਨਹੀਂ ਕਰ ਸਕਦੇ ਜਾਂ ਫਿਰ ਕਰਦੇ ਹੀ ਨਹੀਂ ਤਾਂ ਅਸੀਂ ਆਪਣੀ ਜਾਣ ਪਹਿਚਾਣ 'ਚੋਂ ਗੱਲ ਆਪਣੇ ਤੱਕ ਰੱਖਣ ਵਾਲਾ ਅਤੇ ਸਾਨੂੰ ਸਮਝਣ ਵਾਲਾ ਮਿੱਤਰ ਭਾਲਦੇ ਹਾਂ। ਹੋ ਸਕਦਾ ਹੈ ਇਹ ਵਿਅਕਤੀ ਸਾਡਾ ਡਾਕਟਰ ਜਾਂ ਮਨੋਵਿਗਿਆਨੀ ਹੋਵੇ। ਇਹ ਸਾਡੇ ਪਰਿਵਾਰ ਦਾ ਇੱਕ ਜੀਅ ਵੀ ਹੋ ਸਕਦਾ ਹੈ, ਪਰ ਅਸੀਂ ਆਪਣੀਆਂ ਪਤਨੀਆਂ ਜਾਂ ਮਾਂ-ਪਿਓ ਅੱਗੇ ਇਹੋ ਜਿਹੇ ਭੇਦ ਨਹੀਂ ਖੋਲ੍ਹ ਸਕਦੇ ਜਿਹੜੇ ਉਹਨਾਂ ਨੂੰ ਠੇਸ ਪਹੁੰਚਾਉਣ ਅਤੇ ਦੁਖੀ ਕਰ ਦੇਣ। ਸਾਨੂੰ ਕੋਈ ਅਧਿਕਾਰ ਨਹੀਂ ਕਿ ਦੂਜਿਆਂ ਦੇ ਸਿਰ 'ਤੇ ਆਪਣੀ ਜਾਨ ਬਚਾਈਏ। ਆਪਣੀ ਕਹਾਣੀ ਦੇ ਅਜਿਹੇ ਹਿੱਸੇ ਅਸੀਂ ਉਸ ਨੂੰ ਦੱਸਦੇ ਹਾਂ ਜਿਹੜਾ ਸਮਝ ਸਕੇ, ਪਰ ਫਿਰ ਵੀ ਉਸ 'ਤੇ ਅਸਰ ਨਾ ਹੋਵੇ। ਅਸੂਲ ਇਹ ਹੈ ਕਿ ਅਸੀਂ ਆਪਣੇ ਆਪ ਨਾਲ ਕਠੋਰ ਹੋਣਾ ਹੈ, ਪਰ ਹਮੇਸ਼ਾ ਦੂਜਿਆਂ ਦਾ ਧਿਆਨ ਰੱਖਦੇ ਹੋਏ। ਆਪਣੇ ਬਾਰੇ ਕਿਸੇ ਨਾਲ ਵਿਚਾਰ ਵਟਾਂਦਰੇ ਦੀ ਸਖਤ ਲੋੜ ਜਾਣਦੇ ਹੋਏ ਵੀ ਹੋ ਸਕਦਾ ਹੈ ਕਿ ਕੋਈ ਅਜਿਹੇ ਹਾਲਾਤ ਵਿੱਚ ਹੋਵੇ ਜਦ ਕੋਈ ਢੁਕਵਾਂ ਵਿਅਕਤੀ ਨਾ ਲੱਭੇ। ਜੇਕਰ ਅਜਿਹਾ ਹੈ, ਇਹ ਕਦਮ ਮੁਲਤਵੀ ਕੀਤਾ ਜਾ ਸਕਦਾ ਹੈ, ਸਿਰਫ ਇਸ ਸ਼ਰਤ 'ਤੇ ਕਿ ਪਹਿਲਾ ਮੌਕਾ ਮਿਲਦੇ ਹੀ ਅਸੀਂ ਇਹ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਹੀਏ। ਅਸੀਂ ਇਹ ਇਸ ਲਈ ਕਹਿੰਦੇ ਹਾਂ ਕਿਉਂਕਿ ਅਸੀਂ ਇੱਕ ਢੁਕਵੇਂ ਵਿਅਕਤੀ ਨਾਲ ਹੀ ਗੱਲ ਕਰਨ ਲਈ ਉਤਸੁਕ ਹਾਂ। ਇਹ ਮਹੱਤਵਪੂਰਨ ਹੈ ਕਿ ਉਹ ਭਰੋਸਾ ਬਣਾਏ ਰੱਖਣ ਦੇ ਕਾਬਲ ਹੋਵੇ, ਕਿ ਪੂਰੀ ਤਰ੍ਹਾਂ ਸਮਝ ਸਕੇ ਅਤੇ ਸਹਿਮਤ ਹੋਵੇ ਕਿ ਅਸੀਂ ਕਿਸ ਨਤੀਜੇ 'ਤੇ ਪਹੁੰਚਣਾ ਚਾਹੁੰਦੇ ਹਾਂ, ਕਿ ਉਹ ਸਾਡੀ ਯੋਜਨਾ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰੇਗਾ। ਪਰ ਸਾਨੂੰ ਇਸ ਗੱਲ ਨੂੰ ਮੁਲਤਵੀ ਕਰਨ ਦਾ ਸਿਰਫ ਬਹਾਨਾ ਹੀ ਨਹੀਂ ਬਣਾ ਲੈਣਾ ਚਾਹੀਦਾ। ਜਦੋਂ ਅਸੀਂ ਇਹ ਫੈਸਲਾ ਕਰ ਲੈਂਦੇ ਹਾਂ ਕਿ ਸਾਡੀ ਕਹਾਣੀ ਕੌਣ ਸੁਣੇਗਾ, ਅਸੀਂ ਸਮਾਂ ਨਹੀਂ ਗਵਾਉਂਦੇ। ਸਾਡੇ ਕੋਲ ਇੱਕ ਲਿਖੀ ਹੋਈ ਸੂਚੀ ਹੈ ਅਤੇ ਅਸੀਂ ਇੱਕ ਲੰਬੀ ਗੱਲਬਾਤ ਕਰਨ ਲਈ ਤਿਆਰ ਹਾਂ। ਅਸੀਂ ਆਪਣੇ ਸਾਥੀ ਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਅਤੇ ਸਾਨੂੰ ਇਹ ਕਿਉਂ ਕਰਨਾ ਪੈ ਰਿਹਾ ਹੈ। ਉਸ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਜਿਉਣ ਮਰਨ ਦੇ ਸਵਾਲ 'ਤੇ ਰੁੱਝੇ ਹੋਏ ਹਾਂ। ਇਸ ਤਰ੍ਹਾਂ ਸੰਪਰਕ ਕਰਨ 'ਤੇ ਜ਼ਿਆਦਾਤਰ ਲੋਕ ਮਦਦ ਕਰਕੇ ਖੁਸ਼ ਹੋਣਗੇ। ਉਹਨਾਂ ਨੂੰ ਸਾਡੇ ਵੱਲੋਂ ਉਹਨਾਂ 'ਤੇ ਕੀਤੇ ਭਰੋਸੇ 'ਤੇ ਮਾਣ ਹੋਵੇਗਾ। ਅਸੀਂ ਆਪਣੇ ਘਮੰਡ ਨੂੰ ਛੱਡ ਕੇ ਆਪਣੇ ਚਰਿੱਤਰ ਦਾ ਹਰ ਪਹਿਲੂ, ਬੀਤੇ ਸਮੇਂ ਦੀ ਹਰ ਕਾਲੀ ਦਰਾਰ ਨੂੰ ਉਜਾਗਰ ਕਰਦਿਆਂ ਇਹ ਕਰਦੇ ਹਾਂ। ਇੱਕ ਵਾਰ ਜਦੋਂ ਅਸੀਂ ਬਿਨਾਂ ਕੁਝ ਛੁਪਾਏ ਇਹ ਕਦਮ ਲੈ ਲੈਂਦੇ ਹਾਂ, ਸਾਨੂੰ ਆਨੰਦ ਪ੍ਰਾਪਤ ਹੁੰਦਾ ਹੈ। ਅਸੀਂ ਦੁਨੀਆ ਨੂੰ ਅੱਖਾਂ ਮਿਲਾ ਕੇ ਦੇਖ ਸਕਦੇ ਹਾਂ। ਅਸੀਂ ਆਪਣੇ ਆਪ ਵਿੱਚ ਇਕੱਲਿਆਂ ਪੂਰਨ ਸ਼ਾਂਤ ਅਤੇ ਸੌਖੇ ਹੋ ਸਕਦੇ ਹਾਂ। ਸਾਡੇ ਡਰ ਸਾਡੇ ਤੋਂ ਦੂਰ ਹੋ ਜਾਂਦੇ ਹਨ। ਅਸੀਂ ਆਪਣੇ ਸਿਰਜਣਹਾਰ ਦੀ ਨਜ਼ਦੀਕੀ ਮਹਿਸੂਸ ਕਰਨ ਲੱਗ ਪੈਂਦੇ ਹਾਂ। ਸਾਡੇ ਅਧਿਆਤਮਿਕ ਵਿਸ਼ਵਾਸ ਚਾਹੇ ਕੁਝ ਵੀ ਰਹੇ ਹੋਣ, ਪਰ ਹੁਣ ਸਾਨੂੰ ਅਧਿਆਤਮਿਕ ਤਜਰਬਾ ਹੋਣਾ ਸ਼ੁਰੂ ਹੋ ਗਿਆ ਹੈ। ਸਾਨੂੰ ਅਕਸਰ ਜ਼ੋਰਦਾਰ ਅਹਿਸਾਸ ਹੋਵੇਗਾ ਕਿ ਸਾਡੀ ਸ਼ਰਾਬ ਦੀ ਸਮੱਸਿਆ ਖਤਮ ਹੋ ਗਈ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣੇ ਸਿਰਜਣਹਾਰੇ ਨਾਲ ਹੱਥ ਵਿੱਚ ਹੱਥ ਪਾ ਕੇ ਸਵਰਗਾਂ ਵਿੱਚ ਚੱਲ ਰਹੇ ਹਾਂ। ਘਰ ਵਾਪਸ ਆਉਂਦਿਆਂ ਅਸੀਂ ਅਜਿਹੀ ਥਾਂ ਲੱਭਦੇ ਹਾਂ ਜਿੱਥੇ ਅਸੀਂ ਕੁਝ ਦੇਰ ਖਾਮੋਸ਼ੀ ਨਾਲ
ਧਿਆਨਪੂਰਵਕ ਹੋ ਸਕੀਏ ਅਤੇ ਆਪਣੇ ਕੀਤੇ 'ਤੇ ਮੁੜ ਨਜ਼ਰ ਮਾਰ ਸਕੀਏ। ਅਸੀਂ ਤਹਿ ਦਿਲੋਂ ਰੱਬ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਦੇ ਹਾਂ। ਅਸੀਂ ਇਹ ਕਿਤਾਬ ਲੈ ਕੇ ਉਹ ਸਫ਼ਾ ਖੋਲ੍ਹਦੇ ਹਾਂ ਜਿਸ ਤੋਂ 12 ਕਦਮਾਂ ਦਾ ਵੇਰਵਾ ਹੈ। ਪਹਿਲੇ 5 ਸੁਝਾਵਾਂ ਨੂੰ ਧਿਆਨਪੂਰਵਕ ਪੜ੍ਹਦਿਆਂ ਅਸੀਂ ਆਪਣੇ ਆਪ ਨੂੰ ਪੁੱਛਦੇ ਹਾਂ ਕਿ ਅਸੀਂ ਕਿਤੇ ਕੁਝ ਛੱਡਿਆ ਤਾਂ ਨਹੀਂ, ਕਿਉਂਕਿ ਅਸੀਂ ਇੱਕ ਡਿਉੜੀ ਬਣਾ ਰਹੇ ਹਾਂ ਜਿਸ ਵਿੱਚੋਂ ਅਸੀਂ ਆਖਰ ਆਜ਼ਾਦ ਹੋ ਕੇ ਨਿਕਲਣਾ ਹੈ। ਕੀ ਸਾਡਾ ਹੁਣ ਤੱਕ ਦਾ ਕੀਤਾ ਕੰਮ ਠੋਸ ਹੈ? ਕੀ ਪੱਥਰ ਆਪਣੀ ਥਾਂ 'ਤੇ ਠੀਕ ਰੱਖੇ ਗਏ ਹਨ? ਕਿ ਅਸੀਂ ਨੀਂਹ ਵਿੱਚ ਸੀਮੈਂਟ ਦੀ ਬਚਤ ਤਾਂ ਨਹੀਂ ਕੀਤੀ? ਕਿ ਅਸੀਂ ਮਸਾਲੇ ਨੂੰ ਬਿਨਾਂ ਰੇਤ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ? ਜੇ ਅਸੀਂ ਆਪਣੇ ਆਪ ਨੂੰ ਤਸੱਲੀ ਨਾਲ ਜਵਾਬ ਦੇ ਸਕਦੇ ਹਾਂ ਤਾਂ ਅਸੀਂ 6ਵੇਂ ਕਦਮ ਵੱਲ ਵਧਦੇ ਹਾਂ। ਅਸੀਂ ਇੱਛੁਕ ਹੋਣ 'ਤੇ ਜ਼ੋਰ ਦਿੱਤਾ ਹੈ ਕਿਉਂਕਿ ਇਸ ਬਗੈਰ ਗੁਜ਼ਾਰਾ ਨਹੀਂ। ਕਿ ਹੁਣ ਅਸੀਂ ਤਿਆਰ ਹਾਂ ਕਿ ਰੱਬ ਸਾਡੇ 'ਚੋਂ ਉਹ ਸਭ ਕੁਝ ਦੂਰ ਕਰ ਦੇਵੇ ਜਿਹੜਾ ਅਸੀਂ ਮੰਨ ਚੁੱਕੇ ਹਾਂ ਕਿ ਇਤਰਾਜ਼ਯੋਗ ਹੈ। ਕਿ ਉਹ ਹੁਣ ਸਭ ਕੁਝ ਲੈ ਸਕਦਾ ਹੈ, ਸਭ ਕੁਝ। ਜੇਕਰ ਅਸੀਂ ਅਜੇ ਵੀ ਕਿਸੇ ਚੀਜ਼ ਨਾਲ ਚਿੰਬੜੇ ਹੋਏ ਹਾਂ ਜਿਸ ਨੂੰ ਅਸੀਂ ਛੱਡਣਾ ਨਹੀਂ ਚਾਹੁੰਦੇ, ਅਸੀਂ ਰੱਬ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਇਸ ਨੂੰ ਛੱਡਣ ਲਈ ਇੱਛੁਕ ਹੋਣ ਵਿੱਚ ਮਦਦ ਕਰੇ। ਇੱਛੁਕ ਹੋਣ 'ਤੇ ਅਸੀਂ ਕੁਝ ਇਸ ਤਰ੍ਹਾਂ ਕਹਿੰਦੇ ਹਾਂ, ਮੇਰੇ ਸਿਰਜਣਹਾਰ, ਮੈਂ ਹੁਣ ਇੱਛੁਕ ਹਾਂ ਕਿ ਤੁਸੀਂ ਮੇਰਾ ਸਭ ਕੁਝ ਚੰਗਾ ਅਤੇ ਮਾੜਾ ਲੈ ਲਓ। ਮੈਂ ਅਰਦਾਸ ਕਰਦਾ ਹਾਂ ਕਿ ਹੁਣ ਤੁਸੀਂ ਮੇਰੇ ਚਰਿੱਤਰ ਦਾ ਹਰ ਇੱਕ ਔਗੁਣ ਦੂਰ ਕਰ ਦੇਵੋ ਜਿਹੜਾ ਵੀ ਤੁਹਾਡੇ ਅਤੇ ਮੇਰੇ ਸਾਥੀਆਂ ਲਈ ਮੇਰੇ ਲਾਭਕਾਰੀ ਹੋਣ ਵਿੱਚ ਰੁਕਾਵਟ ਹੈ। ਹੁਣ ਮੈਨੂੰ ਸ਼ਕਤੀ ਪ੍ਰਦਾਨ ਕਰੋ ਕਿ ਮੈਂ ਇਸ ਹਾਲਤ ਵਿੱਚੋਂ ਨਿਕਲ ਕੇ ਤੁਹਾਡੇ ਹੁਕਮ ਵਿੱਚ ਰਹਾਂ। ਇਹ ਇਸੇ ਤਰ੍ਹਾਂ ਹੀ ਹੋਵੇ। ਅਸੀਂ ਹੁਣ 7ਵਾਂ ਕਦਮ ਪੂਰਾ ਕਰ ਲਿਆ ਹੈ। ਹੁਣ ਸਾਨੂੰ ਹੋਰ ਕਾਰਵਾਈ ਦੀ ਲੋੜ ਹੈ ਜਿਸ ਬਗੈਰ ਅਸੀਂ ਪਾਉਂਦੇ ਹਾਂ ਕਿ ਵਿਸ਼ਵਾਸ ਕਾਰਵਾਈ ਤੋਂ ਬਿਨਾਂ ਮੁਰਦਾ ਹੈ। ਆਓ 8ਵੇਂ ਅਤੇ 9ਵੇਂ ਕਦਮ 'ਤੇ ਨਜ਼ਰ ਮਾਰੀਏ। ਸਾਡੇ ਕੋਲ ਉਹਨਾਂ ਸਾਰੇ ਵਿਅਕਤੀਆਂ ਦੀ ਸੂਚੀ ਹੈ ਜਿਨ੍ਹਾਂ ਨੂੰ ਅਸੀਂ ਨੁਕਸਾਨ ਪਹੁੰਚਾਇਆ ਅਤੇ ਜਿਨ੍ਹਾਂ ਨਾਲ ਅਸੀਂ ਭੁੱਲ ਸੁਧਾਰ ਕਰਨ ਲਈ ਤਿਆਰ ਹਾਂ। ਅਸੀਂ ਆਪਣੀ ਪੜਤਾਲ ਕਰਦਿਆਂ ਹੋਇਆਂ ਇਹ ਸੂਚੀ ਬਣਾਈ ਸੀ। ਅਸੀਂ ਆਪਣੇ ਆਪ ਦੀ ਚੰਗੀ ਤਰ੍ਹਾਂ ਪਰਖ ਕੀਤੀ। ਹੁਣ ਅਸੀਂ ਆਪਣੇ ਸਾਥੀਆਂ ਸੰਬੰਧੀਆਂ ਕੋਲ ਜਾਂਦੇ ਹਾਂ ਅਤੇ ਪਹਿਲੇ ਕੀਤੇ ਹੋਏ ਨੁਕਸਾਨ ਨੂੰ ਪੂਰਾ ਕਰਦੇ ਹਾਂ। ਅਸੀਂ ਉਹ ਕਚਰਾ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਸਾਡੇ ਸਵੈ ਇੱਛਾ 'ਤੇ ਜਿਉਣ ਅਤੇ ਆਪਣੇ ਢੰਗ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦਿਆਂ ਇਕੱਠਾ ਹੋ ਗਿਆ ਸੀ। ਜੇਕਰ ਇਹ ਕਰਨ ਦੀ ਸਾਡੀ ਇੱਛਾ ਨਹੀਂ ਤਾਂ ਅਸੀਂ ਉਦੋਂ ਤੱਕ ਅਰਦਾਸ ਕਰਦੇ ਹਾਂ ਜਦੋਂ ਤੱਕ ਇਹ ਆ ਨਹੀਂ ਜਾਂਦੀ। ਯਾਦ ਰੱਖੋ ਕਿ ਸ਼ੁਰੂ ਵਿੱਚ ਹੀ ਅਸੀਂ ਮੰਨਿਆ ਸੀ ਕਿ ਅਸੀਂ ਸ਼ਰਾਬ ਉੱਤੇ ਜਿੱਤ ਵਾਸਤੇ ਕਿਸੇ ਵੀ ਹੱਦ ਤੱਕ ਜਾਵਾਂਗੇ। ਸ਼ਾਇਦ ਅਜੇ ਵੀ ਕੁਝ ਭੁਲੇਖੇ ਹੋਣ। ਜਦ ਅਸੀਂ ਵਪਾਰ ਵਿੱਚ ਆਪਣੇ ਵੱਖ ਵਿਅਕਤੀਆਂ ਅਤੇ ਦੋਸਤਾਂ ਜਿਨ੍ਹਾਂ ਨੂੰ ਅਸੀਂ ਨੁਕਸਾਨ ਪਹੁੰਚਾਇਆ ਸੀ ਦੀ ਸੂਚੀ ਵੱਲ ਦੇਖਦੇ ਹਾਂ ਤਾਂ ਉਹਨਾਂ ਵਿੱਚੋਂ ਕੁਝ ਲੋਕ ਅਧਿਆਤਮਿਕ ਆਧਾਰ 'ਤੇ ਜਾਣ ਦਾ ਸ਼ਾਇਦ ਸਾਡਾ ਹੌਸਲਾ ਨਾ ਪਵੇ। ਆਓ ਦੁਬਾਰਾ ਤਸੱਲੀ ਕਰ ਲਈਏ। ਕੁਝ ਲੋਕਾਂ ਨਾਲ ਪਹਿਲੇ ਸੰਪਰਕ 'ਤੇ ਹੀ ਸਾਨੂੰ ਅਧਿਆਤਮਿਕ ਪਹਿਲੂ 'ਤੇ ਜ਼ੋਰ ਪਾਉਣ ਦੀ ਲੋੜ ਨਹੀਂ ਅਤੇ ਸ਼ਾਇਦ ਪਾਉਣਾ ਵੀ ਨਹੀਂ ਚਾਹੀਦਾ। ਹੋ ਸਕਦਾ ਹੈ ਸ਼ਾਇਦ ਉਹਨਾਂ 'ਤੇ ਕੁਝ ਗਲਤ ਅਸਰ ਹੋਵੇ। ਹਾਲੇ ਤਾਂ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਨਿਯਮਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਸਾਡਾ ਅਸਲੀ ਉਦੇਸ਼ ਆਪਣੇ ਆਪ ਨੂੰ ਇਸ ਕਾਬਲ ਬਣਾਉਣਾ ਹੈ ਕਿ ਰੱਬ ਦੀ ਅਤੇ ਆਪਣੇ ਆਲੇ ਦੁਆਲੇ ਲੋਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਸਕੀਏ। ਜਿਹੜਾ ਵਿਅਕਤੀ ਸਾਡੀ ਉਸ ਨਾਲ ਕੀਤੀ ਬੇਇਨਸਾਫੀ ਕਰਕੇ ਅਜੇ ਵੀ ਦੁਖੀ ਹੋਵੇ, ਉਸ ਕੋਲ ਜਾ ਕੇ ਇਹ ਐਲਾਨ ਕਰਨ ਵਿੱਚ ਸ਼ਾਇਦ ਹੀ ਕੋਈ ਅਕਲਮੰਦੀ ਹੋਵੇ ਕਿ ਅਸੀਂ ਹੁਣ ਧਾਰਮਿਕ ਹੋ ਗਏ ਹਾਂ। ਇਸ ਦਾ ਮਤਲਬ ਹੋਵੇਗਾ ਹੋਰ ਮੁਸ਼ਕਲਾਂ ਨੂੰ ਬੁਲਾਵਾ ਦੇਣਾ। ਅਸੀਂ ਆਪਣੇ ਆਪ 'ਤੇ ਕੱਟੜ ਜਾਂ ਉਕਤਾ ਦੇਣ ਵਾਲੇ ਧਾਰਮਿਕ ਵਿਅਕਤੀ ਹੋਣ ਦਾ ਦੋਸ਼ ਕਿਉਂ ਆਉਣ ਦੇਈਏ? ਅਸੀਂ ਸ਼ਾਇਦ ਕੋਈ ਲਾਭਕਾਰੀ ਸੁਨੇਹਾ ਲਿਜਾਣ ਦਾ ਭਵਿੱਖ ਵਿੱਚ ਆਉਣ ਵਾਲਾ ਮੌਕਾ ਗਵਾ ਬੈਠੀਏ। ਪਰ ਉਹ ਵਿਅਕਤੀ ਭੁੱਲ ਸੁਧਾਰਨ ਦੀ ਸਾਡੀ ਸੱਚੀ ਭਾਵਨਾ 'ਤੇ ਜ਼ਰੂਰ ਹੀ ਪ੍ਰਭਾਵਿਤ ਹੋਵੇਗਾ। ਉਸ ਦੀ ਜ਼ਿਆਦਾ ਦਿਲਚਸਪੀ ਸਾਡੀਆਂ ਅਧਿਆਤਮਿਕ ਖੋਜਾਂ ਦੀਆਂ
ਗੱਲਾਂ ਬਾਤਾਂ ਦੀ ਬਜਾਏ ਸਾਡੀ ਸਦਭਾਵਨਾ ਦੇ ਪ੍ਰਦਰਸ਼ਨ ਵਿੱਚ ਹੋਵੇਗੀ। ਅਸੀਂ ਇਸ ਚੀਜ਼ ਨੂੰ ਰੱਬ ਦੇ ਵਿਸ਼ੇ ਤੋਂ ਬਚਣ ਦਾ ਬਹਾਨਾ ਨਹੀਂ ਬਣਾਉਂਦੇ। ਜਦੋਂ ਇਸ ਨਾਲ ਕੋਈ ਫਾਇਦਾ ਹੁੰਦਾ ਹੋਵੇ ਤਾਂ ਅਸੀਂ ਨਿਪੁੰਨਤਾ ਅਤੇ ਅਕਲ ਨਾਲ ਆਪਣੀਆਂ ਧਾਰਨਾਵਾਂ ਨੂੰ ਦੱਸਣ ਲਈ ਇੱਛੁਕ ਹਾਂ। ਸਵਾਲ ਉੱਠੇਗਾ ਕਿ ਜਿਸ ਵਿਅਕਤੀ ਨੂੰ ਅਸੀਂ ਨਫ਼ਰਤ ਕਰਦੇ ਸੀ ਉਸ ਨਾਲ ਕਿਵੇਂ ਸੰਪਰਕ ਕਰੀਏ। ਇਹ ਹੋ ਸਕਦਾ ਹੈ ਕਿ ਉਸਨੇ ਸਾਡਾ ਉਸ ਤੋਂ ਵੀ ਜ਼ਿਆਦਾ ਨੁਕਸਾਨ ਕੀਤਾ ਹੋਵੇ ਜਿੰਨਾ ਕਿ ਅਸੀਂ ਉਸ ਦਾ ਕੀਤਾ ਸੀ, ਅਤੇ ਚਾਹੇ ਅਸੀਂ ਉਸ ਪ੍ਰਤੀ ਇੱਕ ਚੰਗਾ ਨਜ਼ਰੀਆ ਵੀ ਬਣਾ ਲਿਆ ਹੋਵੇ, ਅਸੀਂ ਅਜੇ ਵੀ ਆਪਣੀਆਂ ਗਲਤੀਆਂ ਮੰਨਣ ਲਈ ਬਹੁਤੇ ਉਤਸੁਕ ਨਹੀਂ। ਫਿਰ ਵੀ ਜਿਸ ਵਿਅਕਤੀ ਨੂੰ ਅਸੀਂ ਪਸੰਦ ਨਹੀਂ ਕਰਦੇ, ਅਸੀਂ ਉੱਥੇ ਕੌੜਾ ਘੁੱਟ ਭਰ ਲੈਂਦੇ ਹਾਂ। ਇੱਕ ਦੋਸਤ ਦੀ ਬਜਾਏ ਦੁਸ਼ਮਣ ਕੋਲ ਜਾਣਾ ਜ਼ਿਆਦਾ ਔਖਾ ਹੁੰਦਾ ਹੈ, ਪਰ ਅਸੀਂ ਪਾਇਆ ਹੈ ਕਿ ਇਹ ਸਾਡੇ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਅਸੀਂ ਉਸ ਕੋਲ ਆਪਣੀ ਪਿਛਲੀ ਮਾੜੀ ਭਾਵਨਾ ਨੂੰ ਮੰਨਦਿਆਂ ਅਤੇ ਖੇਦ ਪ੍ਰਗਟਾਉਂਦਿਆਂ ਮਦਦ ਅਤੇ ਮਾਫ਼ੀ ਮੰਗਣ ਦੀ ਭਾਵਨਾ ਨਾਲ ਜਾਂਦੇ ਹਾਂ। ਕਿਸੇ ਵੀ ਹਾਲਤ ਵਿੱਚ ਅਸੀਂ ਉਸ ਵਿਅਕਤੀ ਦੀ ਨਿੰਦਾ ਜਾਂ ਉਸ ਨਾਲ ਬਹਿਸ ਨਹੀਂ ਕਰਦੇ। ਅਸੀਂ ਉਸ ਨੂੰ ਸਿਰਫ ਇਹੋ ਹੀ ਦੱਸਦੇ ਹਾਂ ਕਿ ਅਸੀਂ ਆਪਣੀ ਸ਼ਰਾਬ ਤੋਂ ਉਦੋਂ ਤੱਕ ਵੀ ਛੁਟਕਾਰਾ ਨਹੀਂ ਪਾਵਾਂਗੇ ਜਦੋਂ ਤੱਕ ਪੂਰੀ ਕੋਸ਼ਿਸ਼ ਨਾਲ ਅਸੀਂ ਆਪਣੇ ਅਤੀਤ ਵਿੱਚ ਕੀਤੀਆਂ ਗਲਤੀਆਂ ਠੀਕ ਨਹੀਂ ਕਰ ਲੈਂਦੇ। ਉਸ ਨੂੰ ਕਦੇ ਵੀ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਸਿਰਫ ਆਪਣੀਆਂ ਭੁੱਲਾਂ ਨੂੰ ਸੁਧਾਰਨਾ ਹੈ, ਇਹ ਅਹਿਸਾਸ ਕਰਦੇ ਹਾਂ ਕਿ ਜਦੋਂ ਤੱਕ ਅਸੀਂ ਇੰਜ ਨਹੀਂ ਕਰ ਲੈਂਦੇ ਉਦੋਂ ਤੱਕ ਕੁਝ ਖਾਸ ਹਾਸਲ ਨਹੀਂ ਹੋ ਸਕੇਗਾ। ਉਸ ਦੀਆਂ ਗਲਤੀਆਂ ਬਾਰੇ ਚਰਚਾ ਨਹੀਂ ਹੁੰਦੀ। ਅਸੀਂ ਆਪਣੇ ਨੁਕਸਾਂ ਤੱਕ ਹੀ ਸੀਮਤ ਰਹਿੰਦੇ ਹਾਂ। ਜੇਕਰ ਸਾਡਾ ਢੰਗ ਸ਼ਾਂਤ, ਨਿਡਰ ਅਤੇ ਖੁੱਲ੍ਹੇ ਦਿਲ ਦਾ ਹੈ ਤਾਂ ਸਾਨੂੰ ਨਤੀਜੇ 'ਤੇ ਤਸੱਲੀ ਹੋਵੇਗੀ। 10 ਵਿੱਚੋਂ 9 ਕੇਸਾਂ ਵਿੱਚ ਉਹੀ ਵਾਪਰਦਾ ਹੈ ਜਿਸ ਦੀ ਆਸ ਨਹੀਂ ਹੁੰਦੀ। ਕਦੇ-ਕਦੇ ਜਿਸ ਵਿਅਕਤੀ ਨੂੰ ਅਸੀਂ ਜਾ ਕੇ ਮਿਲਦੇ ਹਾਂ ਉਹ ਆਪਣੀ ਗਲਤੀ ਮੰਨ ਲੈਂਦਾ ਹੈ, ਜਿਸ ਨਾਲ ਕਈ ਸਾਲਾਂ ਦੇ ਗਿਲੇ ਸ਼ਿਕਵੇ ਥੋੜ੍ਹੀ ਹੀ ਦੇਰ ਵਿੱਚ ਖਤਮ ਹੋ ਜਾਂਦੇ ਹਨ। ਅਸੀਂ ਸ਼ਾਇਦ ਹੀ ਕਦੇ ਤਸੱਲੀ ਬਖਸ਼ ਤਰੱਕੀ ਕਰਨ ਤੋਂ ਅਸਫਲ ਹੁੰਦੇ ਹਾਂ। ਕਦੇ-ਕਦੇ ਸਾਡੇ ਪੁਰਾਣੇ ਦੁਸ਼ਮਣ ਵੀ ਸਾਡੇ ਇੰਜ ਕਰਨ ਦੀ ਸਿਫਤ ਕਰਦੇ ਹਨ ਅਤੇ ਸਾਡੇ ਭਲੇ ਦੀ ਕਾਮਨਾ ਕਰਦੇ ਹਨ। ਕਦੇ-ਕਦਾਈ ਉਹ ਸਹਾਇਤਾ ਦੀ ਪੇਸ਼ਕਸ਼ ਵੀ ਕਰ ਸਕਦੇ ਹਨ। ਫਿਰ ਵੀ ਜੇ ਕੋਈ ਸਾਨੂੰ ਆਪਣੇ ਦਫ਼ਤਰ ਤੋਂ ਕੱਢ ਮਾਰੇ, ਇਸ ਦਾ ਕੋਈ ਫਰਕ ਨਹੀਂ ਪੈਣਾ ਚਾਹੀਦਾ। ਅਸੀਂ ਆਪਣਾ ਪੱਖ ਪੇਸ਼ ਕਰਕੇ ਆਪਣਾ ਫਰਜ਼ ਨਿਭਾ ਦਿੰਦੇ ਹਾਂ। ਬਿਨਾਂ ਵਿਚਲਿਤ ਹੋਏ ਅਸੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਲਿਆ ਹੈ। ਇਹ ਇੰਜ ਹੀ ਹੈ ਜਿਵੇਂ ਡੈਮ ਉੱਤੋਂ ਪਾਣੀ ਦਾ ਲੰਘ ਜਾਣਾ। ਜ਼ਿਆਦਾਤਰ ਸ਼ਰਾਬੀ ਕਰਜ਼ਈ ਹੁੰਦੇ ਹਨ। ਅਸੀਂ ਕਰਜ਼ਦਾਰਾਂ ਨੂੰ ਚਕਮਾ ਨਹੀਂ ਦਿੰਦੇ। ਉਹਨਾਂ ਨੂੰ ਦੱਸਦਿਆਂ ਹੋਇਆਂ ਕਿ ਅਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਆਪਣੇ ਸ਼ਰਾਬੀਪਣ ਬਾਰੇ ਕੁਝ ਲੁਕੋ ਕੇ ਨਹੀਂ ਰੱਖਦੇ। ਆਮ ਤੌਰ 'ਤੇ ਉਹਨਾਂ ਨੂੰ ਪਤਾ ਹੀ ਹੁੰਦਾ ਹੈ, ਭਾਵੇਂ ਅਸੀਂ ਇੰਜ ਸੋਚੀਏ ਜਾਂ ਨਾ ਹੀ ਸਾਨੂੰ ਡਰ ਲੱਗਦਾ ਹੈ ਕਿ ਸਾਡੇ ਸ਼ਰਾਬੀਪਣ ਪ੍ਰਗਟਾਉਣ 'ਤੇ ਸਾਨੂੰ ਮਾਲੀ ਨੁਕਸਾਨ ਹੋਵੇਗਾ। ਇਸ ਤਰ੍ਹਾਂ ਸੰਪਰਕ ਕਰਨ 'ਤੇ ਸਭ ਤੋਂ ਬੇਰਹਿਮ ਕਰਜ਼ਦਾਰ ਵੀ ਸਾਨੂੰ ਹੈਰਾਨ ਕਰ ਦੇਵੇਗਾ। ਆਪਣੇ ਵੱਸ ਦੇ ਸਭ ਤੋਂ ਵਧੀਆ ਸਮਝੌਤੇ ਦਾ ਪ੍ਰਬੰਧ ਕਰਦੇ ਹੋਏ ਅਸੀਂ ਇਹਨਾਂ ਲੋਕਾਂ ਨੂੰ ਅਹਿਸਾਸ ਕਰਵਾ ਸਕਦੇ ਹਾਂ ਕਿ ਸਾਨੂੰ ਖੇਦ ਹੈ। ਸਾਡੇ ਸ਼ਰਾਬੀਪਣ ਨੇ ਸਾਨੂੰ ਕਰਜ਼ੇ ਵਾਪਸ ਕਰਨ ਵਿੱਚ ਸੁਸਤ ਬਣਾ ਦਿੱਤਾ ਹੈ। ਸਾਨੂੰ ਆਪਣੇ ਲੈਣਦਾਰਾਂ ਦਾ ਡਰ ਹਰ ਹਾਲਤ ਵਿੱਚ ਕੱਢਣਾ ਹੀ ਹੈ, ਭਾਵੇਂ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ, ਕਿਉਂਕਿ ਜੇਕਰ ਅਸੀਂ ਉਹਨਾਂ ਦਾ ਸਾਹਮਣਾ ਕਰਨ ਤੋਂ ਡਰਦੇ ਰਹੇ ਤਾਂ ਸਾਡਾ ਪੀਣ ਵੱਲ ਝੁਕਾਓ ਹੋ ਸਕਦਾ ਹੈ। ਸ਼ਾਇਦ ਅਸੀਂ ਕੋਈ ਫੌਜਦਾਰੀ ਜੁਰਮ ਕੀਤਾ ਹੋਵੇ, ਜਿਸ ਦਾ ਜੇਕਰ ਅਧਿਕਾਰੀਆਂ ਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਸ਼ਾਇਦ ਜੇਲ੍ਹ ਵਿੱਚ ਹੁੰਦੇ। ਸ਼ਾਇਦ ਸਾਡੇ ਹਿਸਾਬ ਕਿਤਾਬ ਵਿੱਚ ਕੁਝ ਕਮੀ ਹੈ ਅਤੇ ਅਸੀਂ ਇਸ ਨੂੰ ਪੂਰਾ ਕਰਨ ਵਿੱਚ ਅਸਮਰਥ ਹਾਂ। ਅਸੀਂ ਇਹ ਕਿਸੇ ਹੋਰ ਵਿਅਕਤੀ ਨੂੰ ਭਰੋਸੇ ਵਿੱਚ ਲੈ ਕੇ ਪਹਿਲਾਂ ਹੀ ਦੱਸ ਚੁੱਕੇ ਹਾਂ, ਪਰ ਸਾਨੂੰ ਯਕੀਨ ਹੈ ਕਿ ਜੇ ਇਸ ਦਾ ਪਤਾ ਲੱਗ ਜਾਵੇ ਤਾਂ ਸਾਨੂੰ ਜੇਲ੍ਹ ਹੋ ਜਾਵੇਗੀ ਜਾਂ ਸਾਡੀ ਨੌਕਰੀ ਚਲੀ ਜਾਵੇਗੀ। ਹੋ ਸਕਦਾ ਹੈ
ਕਿ ਇਹ ਇੱਕ ਛੋਟਾ ਜਿਹਾ ਜੁਰਮ ਹੋਵੇ, ਜਿਵੇਂ ਕਿ ਖਰਚ ਖਾਤੇ ਨੂੰ ਵਧਾ ਕੇ ਲਿਖਣਾ। ਸਾਡੇ ਵਿੱਚੋਂ ਜ਼ਿਆਦਾਤਰ ਨੇ ਇਹੋ ਜਿਹੇ ਕੰਮ ਕੀਤੇ ਹਨ। ਹੋ ਸਕਦਾ ਹੈ ਅਸੀਂ ਤਲਾਕਸ਼ੁਦਾ ਹੋਈਏ ਅਤੇ ਦੁਬਾਰਾ ਵਿਆਹ ਕਰਵਾ ਲਿਆ ਹੋਵੇ, ਪਰ ਆਪਣੀ ਪਹਿਲੀ ਪਤਨੀ ਨੂੰ ਗੁਜ਼ਾਰਾ ਭੱਤਾ ਨਹੀਂ ਦਿੰਦੇ ਰਹੇ। ਉਹ ਇਸ ਗੱਲ ਤੋਂ ਨਾਰਾਜ਼ ਹੈ ਅਤੇ ਉਸਨੇ ਸਾਡੀ ਗ੍ਰਿਫਤਾਰੀ ਦਾ ਵਾਰੰਟ ਕਢਾ ਦਿੱਤਾ ਹੈ। ਇਹ ਵੀ ਇੱਕ ਆਮ ਸਮੱਸਿਆ ਹੈ। ਹਾਲਾਂਕਿ ਇਹਨਾਂ ਹਰਜਾਨਿਆਂ ਦੀ ਅਣਗਿਣਤ ਤਰੀਕਿਆਂ ਨਾਲ ਪੂਰਤੀ ਹੋ ਸਕਦੀ ਹੈ, ਫਿਰ ਵੀ ਅਸੀਂ ਪਾਇਆ ਹੈ ਕਿ ਕੁਝ ਸਧਾਰਨ ਅਸੂਲ ਹਨ ਜੋ ਸੇਧ ਦਿੰਦੇ ਹਨ। ਆਪਣੇ ਆਪ ਨੂੰ ਯਾਦ ਕਰਵਾਉਂਦਿਆਂ ਕਿ ਅਧਿਆਤਮਿਕ ਤਜਰਬਾ ਪਾਉਣ ਲਈ ਅਸੀਂ ਕਿਸੇ ਹੱਦ ਤੱਕ ਜਾਣ ਦਾ ਫੈਸਲਾ ਕੀਤਾ ਹੋਇਆ ਹੈ, ਅਸੀਂ ਰੱਬ ਤੋਂ ਮੰਗਦੇ ਹਾਂ ਕਿ ਸਾਨੂੰ ਸਹੀ ਕੰਮ ਕਰਨ ਦੀ ਤਾਕਤ ਅਤੇ ਦਿਸ਼ਾ ਮਿਲੇ, ਭਾਵੇਂ ਸਾਡੇ ਲਈ ਨਤੀਜੇ ਕੁਝ ਵੀ ਹੋਣ। ਅਸੀਂ ਸ਼ਾਇਦ ਆਪਣਾ ਦਰਜਾ ਜਾਂ ਸਨਮਾਨ ਗਵਾ ਲਈਏ ਜਾਂ ਸਾਨੂੰ ਜੇਲ੍ਹ ਜਾਣਾ ਪਵੇ, ਫਿਰ ਵੀ ਅਸੀਂ ਸਹੀ ਕੰਮ ਕਰਨ ਲਈ ਤਿਆਰ ਹਾਂ। ਸਾਨੂੰ ਤਿਆਰ ਹੋਣਾ ਹੀ ਪਵੇਗਾ। ਅਸੀਂ ਕਿਸੇ ਵੀ ਚੀਜ਼ ਤੋਂ ਕਤਰਾਉਣਾ ਨਹੀਂ। ਆਮ ਤੌਰ 'ਤੇ ਕਿਸੇ ਤਰ੍ਹਾਂ ਦੂਜੇ ਲੋਕ ਵੀ ਸ਼ਾਮਲ ਹੁੰਦੇ ਹਨ, ਇਸ ਲਈ ਸਾਨੂੰ ਕਾਹਲੇ ਅਤੇ ਮੂਰਖ ਸ਼ਹੀਦ ਨਹੀਂ ਬਣਨਾ, ਜਿਹੜਾ ਆਪਣੇ ਆਪ ਨੂੰ ਸ਼ਰਾਬ ਦੇ ਨਰਕ ਤੋਂ ਬਚਾਉਣ ਲਈ ਦੂਜਿਆਂ ਦੀ ਐਵੇਂ ਹੀ ਬਲੀ ਚੜ੍ਹਾ ਦੇਵੇ। ਇੱਕ ਆਦਮੀ ਨੇ, ਜਿਸ ਨੂੰ ਅਸੀਂ ਜਾਣਦੇ ਹਾਂ, ਦੁਬਾਰਾ ਵਿਆਹ ਕਰਵਾ ਲਿਆ। ਰੋਸ਼ ਅਤੇ ਸ਼ਰਾਬ ਪੀਣ ਕਾਰਨ ਉਸਨੇ ਪਹਿਲੀ ਪਤਨੀ ਨੂੰ ਗੁਜ਼ਾਰਾ ਭੱਤਾ ਨਹੀਂ ਦਿੱਤਾ ਸੀ। ਉਸਦੀ ਪਤਨੀ ਗੁੱਸੇ ਨਾਲ ਅੱਗ ਬਬੂਲਾ ਸੀ। ਉਹ ਕਚਹਿਰੀ ਗਈ ਅਤੇ ਉਸ ਦਾ ਵਾਰੰਟ ਕਢਾ ਲਿਆ। ਉਸ ਵਿਅਕਤੀ ਨੇ ਜਿਉਣ ਦਾ ਸਾਡਾ ਢੰਗ ਅਪਣਾ ਲਿਆ ਸੀ, ਇੱਕ ਪੋਜੀਸ਼ਨ ਹਾਸਲ ਕਰ ਲਈ ਸੀ ਅਤੇ ਉਸਨੇ ਮੁਸ਼ਕਲਾਂ 'ਚੋਂ ਬਾਹਰ ਆਉਣਾ ਸ਼ੁਰੂ ਹੀ ਕੀਤਾ ਸੀ। ਇਹ ਇੱਕ ਪ੍ਰਭਾਵਸ਼ਾਲੀ ਬਹਾਦਰੀ ਦਾ ਕਾਰਨਾਮਾ ਹੁੰਦਾ ਜੇ ਉਹ ਖੁਦ ਜੱਜ ਕੋਲ ਪਹੁੰਚ ਜਾਂਦਾ ਤੇ ਕਹਿੰਦਾ, ਮੈਂ ਹਾਜ਼ਰ ਹਾਂ। ਅਸੀਂ ਸੋਚਿਆ ਜੇ ਜ਼ਰੂਰੀ ਹੋਵੇ ਤਾਂ ਉਸ ਨੂੰ ਇਸ ਲਈ ਤਿਆਰ ਹੋਣਾ ਚਾਹੀਦਾ ਹੈ, ਪਰ ਜੇਕਰ ਜੇਲ੍ਹ ਵਿੱਚ ਹੁੰਦਾ ਤਾਂ ਦੋਹਾਂ ਵਿੱਚੋਂ ਕਿਸੇ ਵੀ ਪਰਿਵਾਰ ਨੂੰ ਕੁਝ ਨਹੀਂ ਦੇ ਸਕਦਾ। ਅਸੀਂ ਉਸ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਪਹਿਲੀ ਪਤਨੀ ਨੂੰ ਚਿੱਠੀ ਲਿਖ ਕੇ ਆਪਣੀਆਂ ਗਲਤੀਆਂ ਮੰਨੇ ਅਤੇ ਮਾਫੀ ਮੰਗ ਲਵੇ। ਉਸਨੇ ਇਹੀ ਕੀਤਾ ਅਤੇ ਨਾਲ ਹੀ ਥੋੜ੍ਹਾ ਪੈਸਾ ਵੀ ਭੇਜ ਦਿੱਤਾ। ਉਸਨੇ ਆਪਣੀ ਪਹਿਲੀ ਪਤਨੀ ਨੂੰ ਦੱਸਿਆ ਕਿ ਉਹ ਭਵਿੱਖ ਵਿੱਚ ਕੀ ਕਰਨ ਦੀ ਕੋਸ਼ਿਸ਼ ਕਰੇਗਾ। ਉਸਨੇ ਕਿਹਾ ਜੇ ਉਹ ਜ਼ੋਰ ਪਾਵੇ ਤਾਂ ਉਹ ਜੇਲ੍ਹ ਜਾਣ ਲਈ ਵੀ ਤਿਆਰ ਸੀ। ਨਿਸ਼ਚਿਤ ਹੀ ਉਸ ਦੀ ਪਤਨੀ ਨੇ ਇੰਜ ਨਹੀਂ ਕੀਤਾ ਅਤੇ ਕਾਫੀ ਲੰਮੇ ਸਮੇਂ ਤੋਂ ਸਾਰੀ ਸਥਿਤੀ ਠੀਕ ਹੈ। ਅਜਿਹੀ ਕਠੋਰ ਕਾਰਵਾਈ ਕਰਨ ਤੋਂ ਪਹਿਲਾਂ ਜੋ ਦੂਜੇ ਲੋਕਾਂ ਨੂੰ ਵੀ ਉਲਝਾ ਲਵੇ, ਅਸੀਂ ਉਹਨਾਂ ਦੀ ਰਜ਼ਾਮੰਦੀ ਲੈ ਲੈਂਦੇ ਹਾਂ। ਜੇਕਰ ਅਸੀਂ ਇਜਾਜ਼ਤ ਲੈ ਲਈ ਹੈ, ਹੋਰਾਂ ਨਾਲ ਸਲਾਹ ਮਸ਼ਵਰਾ ਕਰ ਲਿਆ ਹੈ, ਰੱਬ ਤੋਂ ਮਦਦ ਮੰਗ ਲਈ ਹੈ ਅਤੇ ਸਖਤ ਕਦਮ ਚੁੱਕਣ ਦਾ ਇਸ਼ਾਰਾ ਹੋ ਗਿਆ ਹੈ, ਤਾਂ ਸਾਨੂੰ ਬਿਲਕੁਲ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਇੱਥੇ ਸਾਨੂੰ ਸਾਡੇ ਇੱਕ ਦੋਸਤ ਦੀ ਕਹਾਣੀ ਦਾ ਖਿਆਲ ਆਉਂਦਾ ਹੈ। ਸ਼ਰਾਬ ਪੀਂਦਿਆਂ ਹੋਇਆਂ ਉਸਨੇ ਇੱਕ ਬਹੁਤ ਨਫ਼ਰਤ ਕੀਤੇ ਜਾਣ ਵਾਲੇ ਕਾਰੋਬਾਰੀ ਵਿਰੋਧੀ ਤੋਂ ਬਿਨਾਂ ਰਸੀਦ ਦਿੱਤੇ ਕੁਝ ਪੈਸਾ ਲਿਆ। ਬਾਅਦ ਵਿੱਚ ਉਸਨੇ ਪੈਸੇ ਲਏ ਹੋਣ ਬਾਰੇ ਬਿਲਕੁਲ ਇਨਕਾਰ ਕਰ ਦਿੱਤਾ ਅਤੇ ਇਸ ਘਟਨਾ ਨੂੰ ਉਸ ਆਦਮੀ ਦੀ ਬਦਨਾਮੀ ਕਰਨ ਦਾ ਆਧਾਰ ਬਣਾਇਆ। ਇਸ ਤਰ੍ਹਾਂ ਉਸਨੇ ਆਪਣੇ ਗਲਤ ਕੰਮ ਨੂੰ ਦੂਜੇ ਦੀ ਸਾਖ ਬਰਬਾਦ ਕਰਨ ਦਾ ਜ਼ਰੀਆ ਬਣਾਇਆ। ਅਸਲ ਵਿੱਚ ਉਸ ਦਾ ਵਿਰੋਧੀ ਤਬਾਹ ਹੋ ਗਿਆ। ਉਸਨੇ ਮਹਿਸੂਸ ਕੀਤਾ ਕਿ ਉਸ ਕੋਲੋਂ ਐਸੀ ਗਲਤੀ ਹੋ ਗਈ ਸੀ ਜਿਸ ਨੂੰ ਸੁਧਾਰਨਾ ਸੰਭਵ ਨਹੀਂ ਸੀ। ਜੇਕਰ ਉਹ ਇਹ ਪੁਰਾਣਾ ਕਿੱਸਾ ਖੋਲ੍ਹਦਾ ਤਾਂ ਉਸ ਨੂੰ ਡਰ ਸੀ ਕਿ ਇਹ ਉਸ ਦੇ ਹਿੱਸੇਦਾਰ ਦੀ ਸਾਖ ਤਬਾਹ ਕਰ ਦੇਵੇਗਾ, ਉਸ ਦੀ ਬਦਨਾਮੀ ਹੋ ਜਾਵੇਗੀ ਅਤੇ ਉਸ ਦੇ ਆਮਦਨ ਦੇ ਵਸੀਲੇ ਖਤਮ ਹੋ ਜਾਣਗੇ। ਉਸ ਨੂੰ ਕੀ ਹੱਕ ਸੀ ਕਿ ਉਹਨਾਂ ਲੋਕਾਂ ਨੂੰ ਜੋ ਉਸ 'ਤੇ ਨਿਰਭਰ ਸਨ ਇਸ ਵਿੱਚ ਉਲਝਾਏ। ਉਹ ਕਿਸ ਤਰ੍ਹਾਂ ਇੱਕ ਖੁੱਲ੍ਹੇਆਮ ਬਿਆਨ ਦਿੰਦਾ ਜਿਸ ਨਾਲ ਉਸ ਦਾ ਵਿਰੋਧੀ ਇਲਜ਼ਾਮ ਤੋਂ ਬਰੀ ਹੋ ਜਾਂਦਾ। ਆਪਣੀ ਪਤਨੀ ਅਤੇ ਭਾਈਵਾਲ ਨਾਲ ਸਲਾਹ ਕਰਨ ਦੇ ਬਾਅਦ ਉਹ ਇਸ ਨਤੀਜੇ 'ਤੇ ਪਹੁੰਚਿਆ ਕਿ ਇਹੋ ਜਿਹੇ ਵਿਨਾਸ਼ਕਾਰੀ ਕਲੰਕ ਲੈ ਕੇ ਆਪਣੇ ਸਿਰਜਣਹਾਰ ਦੇ ਸਾਹਮਣੇ ਜਾਣ ਨਾਲੋਂ ਅਜਿਹਾ ਜੋਖਮ ਉਠਾਉਣਾ ਜ਼ਿਆਦਾ ਬਿਹਤਰ ਸੀ। ਉਸਨੇ ਵੇਖਿਆ
ਕਿ ਉਸ ਨੂੰ ਇਸ ਦਾ ਨਤੀਜਾ ਰੱਬ ਤੇ ਹੀ ਛੱਡਣਾ ਪਵੇਗਾ, ਨਹੀਂ ਤਾਂ ਉਹ ਜਲਦੀ ਸ਼ਰਾਬ ਪੀਣੀ ਸ਼ੁਰੂ ਕਰ ਦੇਵੇਗਾ ਅਤੇ ਵੈਸੇ ਵੀ ਸਭ ਕੁਝ ਖਤਮ ਹੋ ਜਾਵੇਗਾ। ਉਹ ਕਈ ਸਾਲਾਂ ਬਾਅਦ ਪਹਿਲੀ ਵਾਰ ਗਿਰਜਾ ਘਰ ਗਿਆ। ਧਰਮ ਉਪਦੇਸ਼ ਬਾਅਦ ਉਹ ਚੁੱਪਚਾਪ ਉੱਠਿਆ ਅਤੇ ਉਸਨੇ ਚੰਗੀ ਤਰ੍ਹਾਂ ਵਿਉਰਾ ਦਿੱਤਾ। ਉਸ ਦੀ ਇਸ ਕਾਰਵਾਈ ਨੂੰ ਬੜੀ ਸ਼ਲਾਘਾ ਮਿਲੀ ਅਤੇ ਅੱਜ ਉਹ ਆਪਣੇ ਸ਼ਹਿਰ ਦੇ ਬਹੁਤ ਜ਼ਿਆਦਾ ਭਰੋਸੇਯੋਗੀ ਨਾਗਰਿਕਾਂ ਵਿੱਚੋਂ ਇੱਕ ਹੈ। ਇਹ ਸਭ ਕਈ ਸਾਲਾਂ ਪਹਿਲਾਂ ਹੋਇਆ ਸੀ। ਇਹ ਵੀ ਹੋ ਸਕਦਾ ਹੈ ਕਿ ਸਾਨੂੰ ਘਰੇਲੂ ਪਰੇਸ਼ਾਨੀਆਂ ਹੋਣ। ਸ਼ਾਇਦ ਅਸੀਂ ਕਈ ਔਰਤਾਂ ਨਾਲ ਇਸ ਤਰ੍ਹਾਂ ਘੁਲੇ ਮਿਲੇ ਹੋਈਏ ਜਿਸ ਦਾ ਅਸੀਂ ਡੰਡੋਰਾ ਨਾ ਪਿੱਟਣਾ ਚਾਹੁੰਦੇ ਹੋਈਏ। ਸਾਨੂੰ ਖਿਆਲ ਹੈ ਕਿ ਇਸ ਮਸਲੇ ਵਿੱਚ ਸ਼ਰਾਬੀ ਮੌਲਿਕ ਤੌਰ 'ਤੇ ਹੋਰ ਲੋਕਾਂ ਤੋਂ ਬਦਤਰ ਹੁੰਦੇ ਹਨ। ਸ਼ਰਾਬ ਪੀਣਾ ਘਰ ਵਿੱਚ ਸੈਕਸ ਸੰਬੰਧਾਂ ਨੂੰ ਉਲਝਾ ਹੀ ਦਿੰਦਾ ਹੈ। ਸ਼ਰਾਬੀ ਨਾਲ ਕੁਝ ਸਾਲ ਰਹਿਣ ਦੇ ਬਾਅਦ ਪਤਨੀ ਅੱਕੀ ਹੋਈ, ਰੋਸ਼ਪੂਰਨ ਅਤੇ ਗੁੰਮਸੁੰਮ ਹੋ ਜਾਂਦੀ ਹੈ। ਉਹ ਇਸ ਤੋਂ ਇਲਾਵਾ ਹੋਰ ਹੋ ਵੀ ਕੀ ਸਕਦੀ ਹੈ ਅਤੇ ਪਤੀ ਆਪਣੇ ਆਪ ਵਿੱਚ ਇਕੱਲਾਪਣ ਅਤੇ ਪਛਤਾਵਾ ਮਹਿਸੂਸ ਕਰਨ ਲੱਗ ਪੈਂਦਾ ਹੈ। ਉਹ ਰਾਤਾਂ ਨੂੰ ਚੱਲਣ ਵਾਲੇ ਕਲੱਬਾਂ ਜਾਂ ਉਸ ਵਰਗੀਆਂ ਥਾਵਾਂ ਵਿੱਚ ਸ਼ਰਾਬ ਤੋਂ ਇਲਾਵਾ ਵੀ ਕੁਝ ਲੱਭਣਾ ਸ਼ੁਰੂ ਕਰ ਦਿੰਦਾ ਹੈ। ਹੋ ਸਕਦਾ ਹੈ ਉਸ ਦਾ ਇੱਕ ਔਰਤ ਜੋ ਉਸ ਨੂੰ ਸਮਝਦੀ ਹੈ ਨਾਲ ਗੁਪਤ ਅਤੇ ਭੜਕੀਲਾ ਸੰਬੰਧ ਹੋਵੇ। ਹੋ ਸਕਦਾ ਹੈ ਉਹ ਸਮਝਦੀ ਹੋਵੇ, ਪਰ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ? ਆਮ ਤੌਰ 'ਤੇ ਇਸ ਤਰ੍ਹਾਂ ਦਾ ਉਲਝਿਆ ਆਦਮੀ ਕਈ ਵਾਰ ਬਹੁਤ ਪਛਤਾਵੇ ਵਿੱਚ ਆ ਜਾਂਦਾ ਹੈ, ਖਾਸ ਕਰਕੇ ਜੇ ਉਸ ਦਾ ਵਿਆਹ ਇੱਕ ਵਫਾਦਾਰ ਅਤੇ ਹੌਸਲੇ ਵਾਲੀ ਔਰਤ ਨਾਲ ਹੋਇਆ ਹੋਵੇ ਜਿਸ ਨੇ ਵਾਕਈ ਉਸ ਕਰਕੇ ਨਰਕ ਭੋਗਿਆ ਹੋਵੇ। ਹਾਲਾਤ ਕਿਹੋ ਜਿਹੇ ਵੀ ਹੋਣ, ਸਾਨੂੰ ਇਸ ਬਾਰੇ ਅਕਸਰ ਕੁਝ ਕਰਨਾ ਹੀ ਪੈਂਦਾ ਹੈ। ਜੇਕਰ ਸਾਨੂੰ ਯਕੀਨ ਹੈ ਕਿ ਸਾਡੀ ਪਤਨੀ ਨੂੰ ਇਸ ਬਾਰੇ ਨਹੀਂ ਪਤਾ ਕਿ ਸਾਨੂੰ ਉਸ ਨੂੰ ਦੱਸਣਾ ਚਾਹੀਦਾ ਹੈ, ਸਾਡਾ ਖਿਆਲ ਹੈ ਕਿ ਹਮੇਸ਼ਾ ਇਸ ਦੀ ਲੋੜ ਨਹੀਂ। ਜੇ ਉਸ ਨੂੰ ਆਮ ਤੌਰ 'ਤੇ ਪਤਾ ਹੈ ਕਿ ਅਸੀਂ ਵਹਿਸ਼ੀ ਰਹੇ ਹਾਂ, ਕਿ ਸਾਨੂੰ ਵਿਸਥਾਰ ਵਿੱਚ ਦੱਸਣਾ ਚਾਹੀਦਾ ਹੈ? ਯਕੀਨਨ ਸਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਉਹ ਸਾਰਾ ਵੇਰਵਾ ਜਾਣਨ ਬਾਰੇ ਜ਼ੋਰ ਪਾ ਸਕਦੀ ਹੈ। ਉਹ ਜਾਣਨਾ ਚਾਹੇਗੀ ਕਿ ਉਹ ਔਰਤ ਕੌਣ ਹੈ ਅਤੇ ਉਹ ਕਿੱਥੇ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਆਪਣੀ ਪਤਨੀ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਸਾਨੂੰ ਕਿਸੇ ਦੂਸਰੇ ਨੂੰ ਉਲਝਾਉਣ ਦਾ ਕੋਈ ਹੱਕ ਨਹੀਂ। ਸਾਨੂੰ ਆਪਣੇ ਕੀਤੇ 'ਤੇ ਅਫਸੋਸ ਹੈ ਅਤੇ ਜੇ ਰੱਬ ਦੀ ਮਰਜ਼ੀ ਹੋਵੇਗੀ ਤਾਂ ਇਹ ਦੁਬਾਰਾ ਨਹੀਂ ਹੋਵੇਗਾ। ਇਸ ਤੋਂ ਵੱਧ ਅਸੀਂ ਹੋਰ ਕੁਝ ਨਹੀਂ ਕਰ ਸਕਦੇ। ਸਾਨੂੰ ਇਸ ਤੋਂ ਅੱਗੇ ਜਾਣ ਦਾ ਕੋਈ ਹੱਕ ਨਹੀਂ। ਭਾਵੇਂ ਇਸ ਤੋਂ ਇਲਾਵਾ ਵੀ ਉਚਿਤ ਰਸਤੇ ਹੋ ਸਕਦੇ ਹਨ ਅਤੇ ਭਾਵੇਂ ਅਸੀਂ ਇਸ ਲਈ ਕਿਸੇ ਤਰ੍ਹਾਂ ਦਾ ਕੋਈ ਹੋਰ ਨਿਯਮ ਨਹੀਂ ਬਣਾਉਣਾ ਚਾਹੁੰਦੇ। ਅਸੀਂ ਅਕਸਰ ਪਾਇਆ ਹੈ ਕਿ ਇਹੀ ਰਸਤਾ ਅਪਣਾਉਣਾ ਸਭ ਤੋਂ ਵਧੀਆ ਹੈ। ਸਾਡਾ ਜਿਉਣ ਦਾ ਢੰਗ ਇੱਕ ਤਰਫਾ ਨਹੀਂ, ਇਸ ਵਾਸਤੇ ਵੀ ਓਨਾ ਹੀ ਚੰਗਾ ਹੈ ਜਿੰਨਾ ਕਿ ਪਤੀ ਵਾਸਤੇ। ਜੇ ਅਸੀਂ ਲਾ ਸਕਦੇ ਹਾਂ ਤਾਂ ਉਹ ਵੀ ਇੰਜ ਕਰ ਸਕਦੀ ਹੈ। ਫਿਰ ਵੀ ਇਹ ਚੰਗਾ ਹੋਵੇਗਾ ਕਿ ਬਿਨਾਂ ਜ਼ਰੂਰਤ ਕਿਸੇ ਵਿਅਕਤੀ ਦਾ ਨਾਂ ਨਾ ਲਿਆ ਜਾਵੇ ਜਿਸ 'ਤੇ ਉਹ ਆਪਣੀ ਈਰਖਾ ਦੀ ਭੜਾਸ ਕੱਢ ਸਕੇ। ਹੋ ਸਕਦਾ ਹੈ ਕਿ ਕੁਝ ਇਹੋ ਜਿਹੇ ਹਾਲਾਤ ਹੋਣ ਜਿੱਥੇ ਬਹੁਤ ਖੁੱਲ੍ਹਦਿਲੀ ਦੀ ਲੋੜ ਹੋਵੇ। ਕੋਈ ਬਾਹਰਲਾ ਇਸ ਨਜ਼ਦੀਕੀ ਸੰਬੰਧਾਂ ਦੀ ਸਥਿਤੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਇਹ ਵੀ ਹੋ ਸਕਦਾ ਹੈ ਕਿ ਉਹ ਦੋਵੇਂ ਇਹ ਫੈਸਲਾ ਕਰ ਲੈਣ ਕਿ ਭਰੋਸੇ ਅਤੇ ਪਿਆਰ ਨਾਲ ਜਿਉਣ ਦਾ ਢੰਗ ਇਹੋ ਹੈ ਜੋ ਬੀਤ ਗਿਆ ਉਸ ਨੂੰ ਭੁੱਲ ਜਾਵੋ। ਹੋ ਸਕਦਾ ਹੈ ਦੋਵੇਂ ਇੱਕ ਦੂਜੇ ਦੀ ਖੁਸ਼ੀ ਨੂੰ ਆਪਣੇ ਮਨ ਵਿੱਚ ਸਭ ਤੋਂ ਉੱਤੇ ਰੱਖਦਿਆਂ ਇਸ ਲਈ ਪ੍ਰਾਰਥਨਾ ਕਰਨ। ਇਹ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਸਾਡਾ ਵਾਹ ਸਭ ਤੋਂ ਭਿਆਨਕ ਮਨੁੱਖੀ ਭਾਵਨਾ ਈਰਖਾ ਨਾਲ ਪਿਆ ਹੈ। ਇੱਕ ਚੰਗਾ ਜਰਨੈਲ ਆਮਣੇ ਸਾਹਮਣੇ ਲੜਨ ਦਾ ਖਤਰਾ ਲੈਣ ਦੀ ਬਜਾਏ ਸ਼ਾਇਦ ਪਾਸੇ ਤੋਂ ਹਮਲਾ ਕਰਨ ਦਾ ਫੈਸਲਾ ਕਰੇ। ਜੇ ਸਾਨੂੰ ਕੋਈ ਅਜਿਹੀ ਮੁਸ਼ਕਲ ਨਹੀਂ ਤਾਂ ਘਰ ਵਿੱਚ ਬਹੁਤ ਕੁਝ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ। ਕਦੇ-ਕਦੇ
ਅਸੀਂ ਸ਼ਰਾਬੀ ਨੂੰ ਅਜਿਹਾ ਕਹਿੰਦੇ ਸੁਣਦੇ ਹਾਂ ਕਿ ਉਸ ਨੂੰ ਸਿਰਫ ਇਸ ਚੀਜ਼ ਦੀ ਲੋੜ ਹੈ ਕਿ ਉਹ ਬਸ ਸ਼ਰਾਬ ਤੋਂ ਹੀ ਦੂਰ ਰਹੇ। ਯਕੀਨਨ ਉਸ ਨੂੰ ਸੂਫੀ ਤਾਂ ਰਹਿਣਾ ਹੀ ਹੈ, ਕਿਉਂਕਿ ਜੇਕਰ ਉਹ ਸੂਫੀ ਨਹੀਂ ਰਹਿੰਦਾ ਤਾਂ ਉਸ ਦਾ ਕੋਈ ਘਰ ਨਹੀਂ ਹੋਵੇਗਾ। ਪਰ ਉਹ ਅਜੇ ਤੱਕ ਆਪਣੀ ਪਤਨੀ ਅਤੇ ਮਾਂ-ਬਾਪ, ਜਿਨ੍ਹਾਂ ਨਾਲ ਉਸਨੇ ਕਈ ਸਾਲ ਦੁੱਖ ਦੇਣ ਵਾਲਾ ਵਰਤਾਓ ਕੀਤਾ ਸੀ, ਨਾਲ ਚੰਗੇ ਸੰਬੰਧ ਬਣਾਉਣ ਤੋਂ ਕਿਤੇ ਦੂਰ ਹੈ। ਸ਼ਰਾਬੀਆਂ ਨੂੰ ਸਮਝਾਉਣ ਲਈ ਮਾਮਾ ਅਤੇ ਪਤਨੀਆਂ ਨੇ ਬਹੁਤ ਧੀਰਜ ਤੋਂ ਕੰਮ ਲਿਆ ਹੈ। ਜੇ ਅਜਿਹਾ ਨਾ ਹੁੰਦਾ ਤਾਂ ਸਾਡੇ ਵਿੱਚੋਂ ਕਈ ਅੱਜ ਬੇਘਰ ਹੋਏ ਹੁੰਦੇ ਜਾਂ ਮਰ ਚੁੱਕੇ ਹੁੰਦੇ। ਸ਼ਰਾਬੀ ਉਸ ਤੂਫਾਨ ਦੀ ਤਰ੍ਹਾਂ ਹੈ ਜੋ ਗਰਜਦਿਆਂ ਹੋਇਆਂ ਦੂਜਿਆਂ ਦੀ ਜ਼ਿੰਦਗੀ 'ਚੋਂ ਲੰਘ ਜਾਂਦਾ ਹੈ। ਦਿਲ ਟੁੱਟ ਜਾਂਦੇ ਹਨ, ਪਿਆਰ ਭਰੇ ਰਿਸ਼ਤੇ ਖਤਮ ਹੋ ਜਾਂਦੇ ਹਨ, ਪਿਆਰ ਅਤੇ ਸਨੇਹ ਬਿਲਕੁਲ ਖਤਮ ਹੋ ਚੁੱਕਾ ਹੁੰਦਾ ਹੈ। ਸਵਾਰਥੀ ਅਤੇ ਬੇਰਹਿਮ ਆਦਤਾਂ ਨੇ ਘਰ ਉਥਲ-ਪੁਥਲ ਕੀਤਾ ਹੋਇਆ ਹੁੰਦਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਆਦਮੀ ਸਿਰਫ ਅਣਜਾਣੇ ਵਿੱਚ ਹੀ ਇਹ ਕਹਿੰਦਾ ਹੈ ਕਿ ਸ਼ਰਾਬ ਤੋਂ ਦੂਰੀ ਹੀ ਕਾਫੀ ਹੈ। ਉਹ ਇੱਕ ਕਿਸਾਨ ਵਾਂਗ ਹੈ ਜੋ ਆਪਣੇ ਤਹਿਖਾਨੇ ਵਿੱਚੋਂ ਨਿਕਲ ਕੇ ਆਪਣੇ ਘਰ ਨੂੰ ਤਬਾਹ ਹੋਇਆ ਵੇਖਦਾ ਹੈ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਮੈਨੂੰ ਤਾਂ ਇੱਥੇ ਕੁਝ ਵੀ ਹੋਇਆ ਨਹੀਂ ਜਾਪਦਾ, ਕਿ ਇਹ ਬਹੁਤ ਚੰਗਾ ਨਹੀਂ ਕਿ ਝੱਖੜ ਝੂਲਣਾ ਬੰਦ ਹੋ ਗਿਆ ਹੈ। ਜੀ ਹਾਂ, ਅੱਗੇ ਮੁੜ ਉਸਾਰੀ ਲਈ ਬਹੁਤ ਲੰਮਾ ਸਮਾਂ ਪਿਆ ਹੈ। ਸਾਨੂੰ ਅੱਗੇ ਵਧ ਕੇ ਸ਼ੁਰੂਆਤ ਕਰਨੀ ਹੈ। ਪਛਤਾਵੇ ਵਿੱਚ ਬੁੜਬੜਾਉਣਾ ਕਿ ਸਾਨੂੰ ਖੇਦ ਹੈ, ਨਾਲ ਘਰ ਪੂਰਾ ਨਹੀਂ ਹੋਵੇਗਾ। ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਬੈਠਣਾ ਚਾਹੀਦਾ ਹੈ ਅਤੇ ਆਪਣੇ ਬੀਤੇ ਸਮੇਂ ਦਾ, ਜਿਵੇਂ ਅਸੀਂ ਹੁਣ ਵੇਖਦੇ ਹਾਂ, ਬੇਝਿਜਕ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਇਹ ਧਿਆਨ ਕਰਦੇ ਹੋਏ ਕਿ ਉਹਨਾਂ ਦੀ ਨਿੰਦਾ ਨਾ ਹੋਵੇ। ਉਹਨਾਂ ਦੀਆਂ ਗਲਤੀਆਂ ਭਾਵੇਂ ਸਾਫ਼ ਨਜ਼ਰ ਆਉਂਦੀਆਂ ਹੋਣ, ਪਰ ਹੋ ਸਕਦਾ ਹੈ ਕਿ ਸਾਡੀਆਂ ਹਰਕਤਾਂ ਹੀ ਇਸ ਲਈ ਕੁਝ ਹੱਦ ਤੱਕ ਜ਼ਿੰਮੇਵਾਰ ਹੋਣ। ਇਸ ਲਈ ਅਸੀਂ ਪਰਿਵਾਰ ਦੇ ਮੈਂਬਰਾਂ ਨਾਲ ਸਾਰੀਆਂ ਗੱਲਾਂ ਸੁਲਝਾਉਂਦੇ ਹਾਂ। ਆਪਣੇ ਸਿਰਜਣਹਾਰ ਵੱਲ ਹਰ ਸਵੇਰੇ ਧਿਆਨ ਵਿੱਚ ਰਹਿੰਦੇ ਉਸ ਤੋਂ ਮੰਗਦੇ ਹਾਂ ਕਿ ਸਾਨੂੰ ਧੀਰਜ, ਸਹਿਨਸ਼ੀਲਤਾ, ਦਿਆਲਤਾ ਅਤੇ ਪਿਆਰ ਦਾ ਰਸਤਾ ਦਿਖਾਵੇ। ਅਧਿਆਤਮਿਕ ਜੀਵਨ ਇੱਕ ਕਲਪਨਾ ਨਹੀਂ ਹੈ, ਸਾਨੂੰ ਇਹ ਜੀਣਾ ਪੈਂਦਾ ਹੈ। ਜਦੋਂ ਤੱਕ ਕਿਸੇ ਦਾ ਪਰਿਵਾਰ ਅਧਿਆਤਮਿਕ ਨਿਯਮਾਂ 'ਤੇ ਜਿਉਣ ਦੀ ਖਾਹਿਸ਼ ਦਾ ਪ੍ਰਗਟਾਵਾ ਨਹੀਂ ਕਰਦਾ, ਸਾਡਾ ਵਿਚਾਰ ਹੈ ਕਿ ਸਾਨੂੰ ਉਹਨਾਂ 'ਤੇ ਜ਼ੋਰ ਨਹੀਂ ਪਾਉਣਾ ਚਾਹੀਦਾ। ਸਾਨੂੰ ਅਧਿਆਤਮਿਕ ਮਾਮਲਿਆਂ ਬਾਰੇ ਉਹਨਾਂ ਨੂੰ ਬਾਰ-ਬਾਰ ਨਹੀਂ ਕਹਿਣਾ ਚਾਹੀਦਾ। ਉਹ ਵਕਤ ਦੇ ਨਾਲ ਬਦਲ ਜਾਣਗੇ। ਸਾਡੀਆਂ ਗੱਲਾਂ ਨਾਲੋਂ ਸਾਡਾ ਵਰਤਾਓ ਜ਼ਿਆਦਾ ਯਕੀਨ ਦਿਵਾਏਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ 10 ਜਾਂ 20 ਸਾਲਾਂ ਦਾ ਬੇਤਹਾਸਾ ਸ਼ਰਾਬ ਪੀਣਾ ਕਿਸੇ ਨੂੰ ਵੀ ਸ਼ੱਕੀ ਬਣਾ ਦੇਵੇਗਾ। ਕੁਝ ਇਸ ਤਰ੍ਹਾਂ ਦੀਆਂ ਗਲਤੀਆਂ ਵੀ ਹੋਈਆਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਕਰ ਸਕਦੇ। ਅਸੀਂ ਉਹਨਾਂ ਬਾਰੇ ਚਿੰਤਾ ਨਹੀਂ ਕਰਦੇ, ਬੇਸ਼ਰਤੇ ਅਸੀਂ ਇਮਾਨਦਾਰੀ ਨਾਲ ਆਪਣੇ ਆਪ ਨੂੰ ਕਹਿ ਸਕਦੇ ਹੋਈਏ ਕਿ ਅਸੀਂ ਉਹਨਾਂ ਨੂੰ ਠੀਕ ਕਰ ਲਵਾਂਗੇ ਜੇ ਅਸੀਂ ਕਰ ਸਕੇ। ਕਈ ਲੋਕ ਵੇਖੇ ਨਹੀਂ ਜਾ ਸਕਦੇ। ਅਸੀਂ ਉਹਨਾਂ ਨੂੰ ਸੱਚੇ ਦਿਲੋਂ ਪੱਤਰ ਭੇਜਦੇ ਹਾਂ ਅਤੇ ਕੁਝ ਮਾਮਲਿਆਂ ਵਿੱਚ ਭੁੱਲ ਸੁਧਾਰ ਮੁਲਤਵੀ ਕਰਨ ਦਾ ਸ਼ਾਇਦ ਕੋਈ ਵਾਜਬ ਕਾਰਨ ਹੋ ਸਕਦਾ ਹੈ, ਪਰ ਅਸੀਂ ਜਾਣ ਬੁੱਝ ਕੇ ਇਸ ਨੂੰ ਅੱਗੇ ਨਹੀਂ ਪਾਉਂਦੇ। ਆਪਣੇ ਆਪ ਨੂੰ ਕਿਸੇ ਤੋਂ ਘਟੀਆ ਜਾਂ ਬੰਨਿਆ ਹੋਇਆ ਸੋਚੇ ਬਿਨਾਂ ਸਾਨੂੰ ਅਕਲਮੰਦ, ਹੁਸ਼ਿਆਰ, ਵਿਚਾਰਸ਼ੀਲ ਅਤੇ ਨਿਮਰ ਹੋਣਾ ਚਾਹੀਦਾ ਹੈ। ਰੱਬ ਦੇ ਬੰਦੇ ਹੁੰਦਿਆਂ ਹੋਇਆਂ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੁੰਦੇ ਹਾਂ। ਅਸੀਂ ਕਿਸੇ ਸਾਹਮਣੇ ਰੇਂਗਦੇ ਨਹੀਂ। ਜੇ ਅਸੀਂ ਆਪਣੇ ਵਿਕਾਸ ਦੇ ਇਸ ਪਹਿਲੂ ਬਾਰੇ ਲਗਨਸ਼ੀਲ ਹਾਂ ਤਾਂ ਅੱਧੇ ਰਸਤੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਬਹੁਤ ਹੈਰਾਨੀ ਹੋਵੇਗੀ। ਸਾਨੂੰ ਇੱਕ ਨਵੀਂ ਆਜ਼ਾਦੀ ਅਤੇ ਨਵੀਂ ਖੁਸ਼ੀ ਦਾ ਅਹਿਸਾਸ ਹੋਣ ਲੱਗੇਗਾ। ਅਸੀਂ ਬੀਤੇ ਸਮੇਂ ਬਾਰੇ ਪਛਤਾਵਾਂਗੇ ਨਹੀਂ ਅਤੇ ਨਾ ਹੀ ਇਸ 'ਤੇ ਪਰਦਾ ਪਾਉਣਾ ਚਾਹਾਂਗੇ। ਸਾਨੂੰ ਆਤਮ ਸ਼ਾਂਤੀ ਸ਼ਬਦ ਦਾ ਮਤਲਬ ਸਮਝ ਆਵੇਗਾ ਅਤੇ ਸਾਨੂੰ ਸ਼ਾਂਤੀ ਦਾ ਅਹਿਸਾਸ ਹੋਵੇਗਾ। ਭਾਵੇਂ ਅਸੀਂ ਕਿਸੇ ਹੱਦ ਤੱਕ ਵੀ ਕਿਉਂ ਨਾ ਗਿਰ ਚੁੱਕੇ ਹੋਈਏ, ਅਸੀਂ ਵੇਖਾਂਗੇ ਕਿ ਸਾਡਾ ਤਜਰਬਾ ਹੋਰਾਂ ਲਈ ਕਿਵੇਂ ਫਾਇਦੇਮੰਦ ਹੋ ਸਕਦਾ ਹੈ। ਨਿਕੰਮੇਪਣ ਦੀ ਅਤੇ ਆਪਣੇ 'ਤੇ ਤਰਸ ਖਾਣ ਦੀ ਭਾਵਨਾ ਖਤਮ ਹੋ ਜਾਵੇਗੀ। ਸਵਾਰਥੀ ਗੱਲਾਂ ਵੱਲੋਂ ਸਾਡਾ ਧਿਆਨ ਦੂਰ ਹੋ ਜਾਵੇਗਾ ਅਤੇ ਆਪਣੇ ਸਾਥੀਆਂ ਵੱਲ ਰੁਚੀ ਵੱਧ ਜਾਵੇਗੀ। ਖੁਦਗਰਜ਼ੀ
ਦੂਰ ਹੋ ਜਾਵੇਗੀ। ਜ਼ਿੰਦਗੀ ਪ੍ਰਤੀ ਸਾਡਾ ਵਿਹਾਰ ਅਤੇ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਬਦਲ ਜਾਵੇਗਾ। ਲੋਕਾਂ ਦਾ ਅਤੇ ਆਰਥਿਕ ਅਸੁਰੱਖਿਆ ਦਾ ਡਰ ਸਾਡੇ ਚੋਂ ਨਿਕਲ ਜਾਵੇਗਾ। ਸਾਨੂੰ ਅੰਦਰੂਨੀ ਪ੍ਰੇਰਨਾ ਰਾਹੀਂ ਉਹਨਾਂ ਹਾਲਾਤਾਂ ਨਾਲ ਨਿਬੜਨ ਦੀ ਸਮਝ ਆ ਜਾਵੇਗੀ ਜਿਹੜੇ ਕਿ ਸਾਨੂੰ ਬੌਂਦਲਾ ਦਿੰਦੇ ਹਨ। ਸਾਨੂੰ ਇੱਕਦਮ ਮਹਿਸੂਸ ਹੋਵੇਗਾ ਕਿ ਰੱਬ ਸਾਡੇ ਲਈ ਉਹ ਕੁਝ ਕਰ ਰਿਹਾ ਹੈ ਜਿਹੜਾ ਕਿ ਅਸੀਂ ਆਪਣੇ ਆਪ ਲਈ ਨਹੀਂ ਸੀ ਕਰ ਸਕਦੇ। ਕੀ ਇਹ ਵਧਾ ਚੜ੍ਹਾ ਕੇ ਦੱਸੇ ਗਏ ਵਾਅਦੇ ਹਨ? ਅਸੀਂ ਸੋਚਦੇ ਹਾਂ ਕਿ ਨਹੀਂ। ਸਾਡੇ ਨਾਲ ਇਹ ਵਾਅਦੇ ਪੂਰੇ ਹੋ ਰਹੇ ਹਨ, ਕਈ ਵਾਰੀ ਜਲਦੀ ਅਤੇ ਕਈ ਵਾਰੀ ਹੌਲੀ-ਹੌਲੀ। ਉਹ ਹਮੇਸ਼ਾ ਹੀ ਪੂਰੇ ਹੋਣਗੇ ਜੇ ਅਸੀਂ ਉਹਨਾਂ ਵਾਸਤੇ ਮਿਹਨਤ ਕਰਾਂਗੇ। ਇਹ ਵਿਚਾਰ ਸਾਨੂੰ 10ਵੇਂ ਕਦਮ 'ਤੇ ਲੈ ਆਉਂਦਾ ਹੈ, ਜੋ ਇਹ ਸੁਝਾਉਂਦਾ ਹੈ ਕਿ ਅਸੀਂ ਲਗਾਤਾਰ ਆਪਣੀ ਨਿੱਜੀ ਸੂਚੀ ਬਣਾਉਂਦੇ ਰਹੀਏ ਅਤੇ ਜਿਉਂ-ਜਿਉਂ ਅੱਗੇ ਵਧੀਏ ਅਸੀਂ ਨਾਲ-ਨਾਲ ਹੀ ਆਪਣੀਆਂ ਨਵੀਆਂ ਗਲਤੀਆਂ ਨੂੰ ਠੀਕ ਕਰਦੇ ਰਹੀਏ। ਜਿਉਂ ਹੀ ਅਸੀਂ ਆਪਣਾ ਪਿਛਲਾ ਸਮਾਂ ਸੁਧਾਰ ਲਿਆ, ਅਸੀਂ ਪੂਰੇ ਜ਼ੋਰ-ਸ਼ੋਰ ਨਾਲ ਜਿਉਣ ਦੇ ਇਸ ਤਰੀਕੇ ਨੂੰ ਸ਼ੁਰੂ ਕੀਤਾ। ਅਸੀਂ ਇੱਕ ਰੂਹਾਨੀ ਦੁਨੀਆ ਵਿੱਚ ਕਦਮ ਰੱਖਿਆ ਹੈ। ਸਾਡਾ ਅਗਲਾ ਕੰਮ ਸਮਝ-ਬੁੱਝ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਣਾ ਹੈ। ਇਹ ਰਾਤੋਂ-ਰਾਤੀ ਹੱਲ ਹੋਣ ਵਾਲਾ ਮਾਮਲਾ ਨਹੀਂ। ਇਹ ਸਾਡੀ ਸਾਰੀ ਜ਼ਿੰਦਗੀ ਚੱਲਦੇ ਰਹਿਣਾ ਚਾਹੀਦਾ ਹੈ। ਸਵਾਰਥੀਪਣ, ਬੇਈਮਾਨੀ, ਰੋਸ ਅਤੇ ਡਰ 'ਤੇ ਹਮੇਸ਼ਾ ਨਜ਼ਰ ਰੱਖਦੇ ਰਹੋ। ਜਦੋਂ ਇਹ ਉੱਭਰਦੇ ਹਨ, ਅਸੀਂ ਰੱਬ ਅੱਗੇ ਇਹਨਾਂ ਨੂੰ ਤੁਰੰਤ ਦੂਰ ਕਰਨ ਲਈ ਬੇਨਤੀ ਕਰਦੇ ਹਾਂ। ਅਸੀਂ ਕਿਸੇ ਵਿਅਕਤੀ ਨਾਲ ਇਹਨਾਂ ਬਾਰੇ ਤੁਰੰਤ ਵਿਚਾਰ ਵਟਾਂਦਰਾ ਕਰਦੇ ਹਾਂ ਅਤੇ ਜੇਕਰ ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਜਲਦੀ ਹੀ ਭੁੱਲ ਸੁਧਾਰ ਕਰ ਲੈਂਦੇ ਹਾਂ। ਫਿਰ ਅਸੀਂ ਨਿਸ਼ਚੇ ਨਾਲ ਆਪਣੇ ਵਿਚਾਰਾਂ ਨੂੰ ਇਹੋ ਜਿਹੇ ਵਿਅਕਤੀ ਵੱਲ ਮੋੜਦੇ ਹਾਂ ਜਿਸ ਦੀ ਅਸੀਂ ਮਦਦ ਕਰ ਸਕਦੇ ਹੋਈਏ। ਦੂਜਿਆਂ ਲਈ ਪਿਆਰ ਅਤੇ ਸਹਿਣਸ਼ੀਲਤਾ ਹੀ ਸਾਡਾ ਸਿਧਾਂਤ ਹੈ। ਅਸੀਂ ਕਿਸੇ ਵੀ ਚੀਜ਼ ਜਾਂ ਕਿਸੇ ਵਿਅਕਤੀ ਨਾਲ, ਇੱਥੋਂ ਤੱਕ ਕਿ ਸ਼ਰਾਬ ਨਾਲ ਵੀ ਲੜਨਾ ਬੰਦ ਕਰ ਦਿੱਤਾ ਹੈ, ਕਿਉਂਕਿ ਹੁਣ ਤੱਕ ਸਾਡੀ ਸਿਆਣਪ ਵਾਪਸ ਆ ਚੁੱਕੀ ਹੋਵੇਗੀ। ਸਾਡਾ ਧਿਆਨ ਸ਼ਰਾਬ ਵੱਲ ਸ਼ਾਇਦ ਹੀ ਕਦੇ ਜਾਵੇ। ਜੇ ਮਨ ਲਲਚਾਏ ਤਾਂ ਅਸੀਂ ਇਸ ਤੋਂ ਇੱਕਦਮ ਪਿੱਛੇ ਹਟਦੇ ਹਾਂ, ਜਿਸ ਤਰ੍ਹਾਂ ਕਿ ਤੱਤੀ ਲਪਟ ਤੋਂ। ਅਸੀਂ ਸਿਆਣਪ ਅਤੇ ਸਧਾਰਨ ਤਰੀਕੇ ਨਾਲ ਵਿਵਹਾਰ ਕਰਦੇ ਹਾਂ ਅਤੇ ਪਾਉਂਦੇ ਹਾਂ ਕਿ ਇਹ ਸਭ ਕੁਝ ਆਪਣੇ ਆਪ ਹੀ ਹੋ ਗਿਆ ਹੈ। ਅਸੀਂ ਵੇਖਦੇ ਹਾਂ ਕਿ ਸ਼ਰਾਬ ਪ੍ਰਤੀ ਸਾਡਾ ਇਹ ਨਵਾਂ ਨਜ਼ਰੀਆ ਬਿਨਾਂ ਕਿਸੇ ਵਿਚਾਰ ਜਾਂ ਯਤਨ ਦੇ ਸਾਨੂੰ ਮਿਲਿਆ ਹੈ। ਬਸ ਇਹ ਹੋ ਹੀ ਜਾਂਦਾ ਹੈ। ਇਹੋ ਹੀ ਚਮਤਕਾਰ ਹੈ। ਨਾ ਤਾਂ ਅਸੀਂ ਸ਼ਰਾਬ ਨਾਲ ਲੜਦੇ ਹਾਂ ਅਤੇ ਨਾ ਹੀ ਇਸ ਦੇ ਮੋਹ ਤੋਂ ਭੱਜਦੇ ਹਾਂ। ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਅਸੀਂ ਸੁਰੱਖਿਅਤ ਅਤੇ ਬਚੇ ਹੋਏ ਨਿਰਪੱਖਤਾ ਦੀ ਸਥਿਤੀ ਵਿੱਚ ਆ ਗਏ ਹਾਂ। ਅਸੀਂ ਤਾਂ ਸਹੁੰ ਵੀ ਨਹੀਂ ਚੁੱਕੀ, ਫਿਰ ਵੀ ਸਮੱਸਿਆ ਦੂਰ ਹੋ ਗਈ ਹੈ। ਸਾਡੇ ਵਾਸਤੇ ਸਮੱਸਿਆ ਦੀ ਹੋਂਦ ਹੀ ਨਹੀਂ ਰਹੀ। ਨਾ ਹੀ ਅਸੀਂ ਹੰਕਾਰੇ ਹੋਏ ਹਾਂ ਅਤੇ ਨਾ ਹੀ ਡਰੇ ਹੋਏ। ਇਹੀ ਸਾਡਾ ਤਜਰਬਾ ਹੈ। ਸਾਡੀ ਇਹ ਪ੍ਰਤੀਕਿਰਿਆ ਉਦੋਂ ਤੱਕ ਇਸ ਤਰ੍ਹਾਂ ਹੀ ਰਹਿੰਦੀ ਹੈ ਜਦੋਂ ਤੱਕ ਅਸੀਂ ਆਪਣੀ ਅਧਿਆਤਮਿਕ ਹਾਲਤ ਕਾਇਮ ਰੱਖਦੇ ਹਾਂ। ਅਮਲ ਦੇ ਇਸ ਅਧਿਆਤਮਿਕ ਪ੍ਰੋਗਰਾਮ 'ਤੇ ਢਿੱਲੇ ਪੈਣਾ ਅਤੇ ਆਪਣੀਆਂ ਪ੍ਰਾਪਤੀਆਂ ਤੋਂ ਸੰਤੁਸ਼ਟ ਹੋ ਜਾਣਾ ਬੜਾ ਆਸਾਨ ਹੈ। ਜੇ ਅਸੀਂ ਇੰਜ ਕਰਦੇ ਹਾਂ ਤਾਂ ਅਸੀਂ ਮੁਸੀਬਤ ਵੱਲ ਵਧ ਰਹੇ ਹਾਂ, ਕਿਉਂਕਿ ਸ਼ਰਾਬ ਸਾਡੀ ਮਕਾਰ ਦੁਸ਼ਮਣ ਹੈ। ਅਸੀਂ ਸ਼ਰਾਬੀਪਣ ਦੀ ਬਿਮਾਰੀ ਤੋਂ ਠੀਕ ਨਹੀਂ ਹੋਏ। ਅਸਲ ਵਿੱਚ ਜੋ ਸਾਨੂੰ ਮਿਲਿਆ ਹੈ ਉਹ ਰੋਜ਼ਾਨਾ ਦੀ ਰਾਹਤ ਹੀ ਹੈ ਜੋ ਸਾਡੀ ਅਧਿਆਤਮਿਕ ਦਸ਼ਾ ਕਾਇਮ ਰੱਖਣ 'ਤੇ ਨਿਰਭਰ ਕਰਦੀ ਹੈ। ਹਰ ਦਿਨ ਇੱਕ ਐਸਾ ਦਿਨ ਹੈ ਜਦੋਂ ਸਾਨੂੰ ਆਪਣੇ ਕੰਮਾਂ ਕਾਰਾਂ ਵਿੱਚ ਰੱਬ ਦੀ ਮਰਜ਼ੀ ਆਪਣੇ ਧਿਆਨ ਵਿੱਚ ਰੱਖਦੀ ਹੀ ਹੈ। ਹੇ ਰੱਬ, ਮੈਂ ਤੁਹਾਡੀ ਸੇਵਾ ਕਿਸ ਤਰ੍ਹਾਂ ਸਭ ਤੋਂ ਵਧੀਆ ਢੰਗ ਨਾਲ ਕਰਾਂ? ਮੇਰੀ ਨਹੀਂ ਸਗੋਂ ਤੁਹਾਡੀ ਮਰਜ਼ੀ ਹੀ ਚੱਲੇਗੀ। ਇਹ ਉਹ ਵਿਚਾਰ ਹਨ ਜੋ ਲਗਾਤਾਰ ਸਾਡੇ ਮਨ ਵਿੱਚ ਰਹਿਣੇ ਚਾਹੀਦੇ ਹਨ। ਇਹੋ ਇੱਕ ਅਜਿਹਾ ਪਹਿਲੂ ਹੈ ਜਿੱਥੇ ਅਸੀਂ ਆਪਣੀ ਇੱਛਾ ਸ਼ਕਤੀ ਦਾ ਇਸਤੇਮਾਲ ਜਿਸ ਹੱਦ ਤੱਕ ਚਾਹੀਏ ਕਰ ਸਕਦੇ ਹਾਂ। ਇਹ ਹੈ ਇੱਛਾ ਦੀ ਸਹੀ ਵਰਤੋਂ। ਰੱਬ ਕੋਲੋਂ, ਜੋ ਸਰਬ ਸ਼ਕਤੀਮਾਨ ਅਤੇ ਸਭ ਕੁਝ ਜਾਣਦਾ ਹੈ, ਸ਼ਕਤੀ, ਪ੍ਰੇਰਨਾ ਅਤੇ ਨਿਰਦੇਸ਼ ਲੈਣ ਸੰਬੰਧੀ ਪਹਿਲਾਂ ਹੀ ਬਹੁਤ ਕੁਝ ਕਿਹਾ ਜਾ ਚੁੱਕਿਆ ਹੈ। ਜੇ ਅਸੀਂ ਧਿਆਨਪੂਰਵਕ
ਉਹਨਾਂ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ ਤਾਂ ਅਸੀਂ ਉਸ ਦੀ ਰੂਹਾਨੀ ਸ਼ਕਤੀ ਆਪਣੇ ਵਿੱਚ ਪ੍ਰਵੇਸ਼ ਹੁੰਦੀ ਮਹਿਸੂਸ ਕਰਨਾ ਸ਼ੁਰੂ ਕਰਦੇ ਹਾਂ। ਕੁਝ ਹੱਦ ਤੱਕ ਅਸੀਂ ਰੱਬ ਪ੍ਰਤੀ ਸੁਚੇਤ ਹੋ ਚੁੱਕੇ ਹਾਂ। ਅਸੀਂ ਅਤੀ ਮਹੱਤਵਪੂਰਨ ਛੇਵੀਂ ਚੇਤਨਾ ਬੁੱਧੀ ਦਾ ਵਿਕਾਸ ਸ਼ੁਰੂ ਕੀਤਾ ਹੈ, ਪਰ ਸਾਡੇ ਲਈ ਅੱਗੇ ਵਧਣਾ ਜ਼ਰੂਰੀ ਹੈ ਅਤੇ ਉਸ ਦਾ ਮਤਲਬ ਹੈ ਹੋਰ ਯਤਨ। 11ਵਾਂ ਕਦਮ ਪ੍ਰਾਰਥਨਾ ਅਤੇ ਧਿਆਨ ਬਾਰੇ ਸੁਝਾਉਂਦਾ ਹੈ। ਸਾਨੂੰ ਇਸ ਬਾਰੇ ਝਿਜਕ ਨਹੀਂ ਹੋਣੀ ਚਾਹੀਦੀ। ਸਾਡੇ ਤੋਂ ਬਿਹਤਰ ਲੋਕ ਇਸ ਨੂੰ ਲਗਾਤਾਰ ਕਰਦੇ ਆ ਰਹੇ ਹਨ। ਇਹ ਅਸਰ ਕਰਦਾ ਹੈ ਜੇਕਰ ਸਾਡਾ ਨਜ਼ਰੀਆ ਠੀਕ ਹੋਵੇ ਅਤੇ ਅਸੀਂ ਇਸ ਤੇ ਅਮਲ ਕਰੀਏ। ਸੌਖਾ ਤਾਂ ਇਹ ਹੈ ਕਿ ਇਸ ਮਾਮਲੇ 'ਤੇ ਸਪਸ਼ਟ ਰਹੀਏ। ਫਿਰ ਵੀ ਸਾਨੂੰ ਯਕੀਨ ਹੈ ਕਿ ਅਸੀਂ ਕੁਝ ਠੋਸ ਅਤੇ ਉਪਯੋਗੀ ਸੁਝਾਅ ਦੇ ਸਕਦੇ ਹਾਂ। ਰਾਤੀ ਸੌਣ ਵੇਲੇ ਅਸੀਂ ਸਾਰੇ ਦਿਨ ਬਾਰੇ ਰਚਨਾਤਮਕ ਢੰਗ ਨਾਲ ਮੁੜ ਵਿਚਾਰ ਕਰਦੇ ਹਾਂ। ਕੀ ਅਸੀਂ ਕੁੜਦੇ ਹੋਏ, ਸਵਾਰਥੀ, ਬੇਈਮਾਨ ਜਾਂ ਡਰੇ ਹੋਏ ਸੀ? ਕੀ ਅਸੀਂ ਕਿਸੇ ਤੋਂ ਮਾਫੀ ਤਾਂ ਨਹੀਂ ਮੰਗਣੀ ਸੀ? ਕੀ ਅਸੀਂ ਕੋਈ ਗੱਲ ਆਪਣੇ ਤੱਕ ਲੁਕੋਈ ਤਾਂ ਨਹੀਂ ਰੱਖੀ ਜਿਸ ਦਾ ਕਿਸੇ ਨਾਲ ਤੁਰੰਤ ਹੀ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਸੀ? ਕੀ ਅਸੀਂ ਸਾਰਿਆਂ ਪ੍ਰਤੀ ਦਿਆਲੂ ਅਤੇ ਪ੍ਰੇਮ ਭਾਵ ਨਾਲ ਚੱਲ ਰਹੇ ਸੀ? ਅਸੀਂ ਹੋਰ ਕੀ ਬਿਹਤਰ ਕਰ ਸਕਦੇ ਸੀ? ਕੀ ਅਸੀਂ ਜ਼ਿਆਦਾ ਸਮਾਂ ਆਪਣੇ ਬਾਰੇ ਹੀ ਸੋਚਦੇ ਰਹੇ, ਜਾਂ ਅਸੀਂ ਇਹ ਸੋਚਦੇ ਰਹੇ ਕਿ ਅਸੀਂ ਦੂਜਿਆਂ ਵਾਸਤੇ ਕੀ ਕਰ ਸਕਦੇ ਸੀ ਅਤੇ ਜ਼ਿੰਦਗੀ ਵਿੱਚ ਕੀ ਯੋਗਦਾਨ ਦੇ ਸਕਦੇ ਸੀ? ਪਰ ਸਾਨੂੰ ਹਮੇਸ਼ਾ ਹੀ ਧਿਆਨ ਰੱਖਣਾ ਹੈ ਕਿ ਅਸੀਂ ਚਿੰਤਾ, ਪਛਤਾਵਾ ਜਾਂ ਨਕਾਰਾਤਮਕ ਵਿਚਾਰਾਂ ਵਿੱਚ ਤਾਂ ਨਹੀਂ ਗਵਾਚੇ ਰਹੇ, ਕਿਉਂਕਿ ਇਹ ਦੂਜਿਆਂ ਪ੍ਰਤੀ ਸਾਡੀ ਉਪਯੋਗਤਾ ਘਟਾ ਦੇਣਗੇ। ਇਹ ਮੁੜ ਵਿਚਾਰ ਤੋਂ ਬਾਅਦ ਅਸੀਂ ਰੱਬ ਨੂੰ ਭੁੱਲ ਬਖਸ਼ਾਉਣ ਲਈ ਅਰਦਾਸ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਸੁਧਾਰ ਲਈ ਕੀ ਕਦਮ ਚੁੱਕਣੇ ਚਾਹੀਦੇ ਹਨ। ਸਾਨੂੰ ਸਵੇਰੇ ਉੱਠਦਿਆਂ ਹੀ ਆਉਣ ਵਾਲੇ 24 ਘੰਟਿਆਂ ਬਾਰੇ ਸੋਚਣਾ ਚਾਹੀਦਾ ਹੈ। ਅਸੀਂ ਉਸ ਦਿਨ ਜੋ ਕੁਝ ਕਰਨਾ ਹੈ ਬਾਰੇ ਸੋਚਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਰੱਬ ਤੋਂ ਸਾਡੀ ਸੋਚ ਨੂੰ ਸੇਧ ਦੇਣ ਲਈ, ਖਾਸ ਕਰਕੇ ਆਪਣੇ ਤੇ ਤਰਸ ਖਾਣ, ਬੇਈਮਾਨੀ, ਸਵਾਰਥੀ ਵਿਚਾਰਾਂ ਤੋਂ ਦੂਰ ਰੱਖਣ ਲਈ ਬੇਨਤੀ ਕਰਦੇ ਹਾਂ। ਇਹਨਾਂ ਹਾਲਤਾਂ ਵਿੱਚ ਅਸੀਂ ਆਪਣੀਆਂ ਮਾਨਸਿਕ ਸ਼ਕਤੀਆਂ ਭਰੋਸੇ ਨਾਲ ਵਰਤ ਸਕਦੇ ਹਾਂ, ਕਿਉਂਕਿ ਰੱਬ ਨੇ ਸਾਨੂੰ ਦਿਮਾਗ ਵਰਤਣ ਵਾਸਤੇ ਹੀ ਦਿੱਤਾ ਹੈ। ਜਦੋਂ ਸਾਡੀ ਸੋਚ ਗਲਤ ਇਰਾਦਿਆਂ ਤੋਂ ਮੁਕਤ ਹੋਵੇਗੀ ਤਾਂ ਸਾਡੀ ਵਿਚਾਰਧਾਰਾ ਇੱਕ ਜ਼ਿਆਦਾ ਉੱਚੇ ਪੱਧਰ ਦੀ ਹੋ ਜਾਵੇਗੀ। ਆਪਣੇ ਦਿਨ ਬਾਰੇ ਸੋਚਦਿਆਂ ਸ਼ਾਇਦ ਅਸੀਂ ਦੁਵਿਧਾ ਵਿੱਚ ਹੋਈਏ। ਹੋ ਸਕਦਾ ਹੈ ਅਸੀਂ ਇਹ ਫੈਸਲਾ ਕਰਨ ਦੇ ਕਾਬਿਲ ਨਾ ਹੋਈਏ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਤਦ ਅਸੀਂ ਰੱਬ ਤੋਂ ਪ੍ਰੇਰਨਾ, ਸਹਿਜ ਵਿਚਾਰ ਜਾਂ ਫੈਸਲਾ ਮੰਗਦੇ ਹਾਂ। ਅਸੀਂ ਬੇਫਿਕਰ ਹੋ ਕੇ ਆਰਾਮ ਕਰਦੇ ਹਾਂ। ਅਸੀਂ ਸੰਘਰਸ਼ ਨਹੀਂ ਕਰਦੇ। ਅਸੀਂ ਅਕਸਰ ਹੈਰਾਨ ਹੁੰਦੇ ਹਾਂ ਕਿ ਸਾਨੂੰ ਸਹੀ ਜਵਾਬ ਥੋੜ੍ਹੀ ਕੋਸ਼ਿਸ਼ ਤੋਂ ਬਾਅਦ ਹੀ ਕਿਵੇਂ ਮਿਲ ਜਾਂਦਾ ਹੈ। ਜਿਹੜੀ ਅਨੁਮਾਨ ਜਾਂ ਕਦੇ ਪ੍ਰੇਰਨਾ ਹੋਇਆ ਕਰਦੀ ਸੀ, ਉਹ ਹੌਲੀ-ਹੌਲੀ ਸਾਡੀ ਸੋਚ ਦਾ ਇੱਕ ਹਿੱਸਾ ਬਣ ਜਾਂਦੀ ਹੈ। ਕਿਉਂਕਿ ਹਾਲੇ ਸਾਨੂੰ ਪੂਰਾ ਤਜਰਬਾ ਨਹੀਂ ਹੋਇਆ ਅਤੇ ਰੱਬ ਨਾਲ ਸੁਚੇਤ ਸੰਪਰਕ ਅਜੇ ਬਣਿਆ ਹੀ ਹੈ, ਇਸ ਲਈ ਇਹ ਸੰਭਾਵਨਾ ਨਹੀਂ ਕਿ ਅਸੀਂ ਹਰ ਵਾਰੀ ਹੀ ਪ੍ਰੇਰਿਤ ਹੋ ਜਾਵਾਂਗੇ। ਹੋ ਸਕਦਾ ਹੈ ਕਿ ਹਰ ਕਿਸਮ ਦੇ ਮੂਰਖਤਾਪੂਰਨ ਕੰਮਾਂ ਅਤੇ ਵਿਚਾਰਾਂ ਵਿੱਚ ਇਸ ਧਾਰਨਾ ਕਰਕੇ ਸਾਨੂੰ ਕੀਮਤ ਚੁਕਾਉਣੀ ਪਵੇ। ਫਿਰ ਵੀ ਅਸੀਂ ਦੇਖਦੇ ਹਾਂ ਕਿ ਸਮੇਂ ਦੇ ਨਾਲ-ਨਾਲ ਸਾਡੀ ਸੋਚ ਪ੍ਰੇਰਨਾ ਤੋਂ ਹੋਰ ਜ਼ਿਆਦਾ ਪ੍ਰਭਾਵਿਤ ਹੁੰਦੀ ਰਹਿੰਦੀ ਹੈ। ਅਸੀਂ ਇਸ ਤੇ ਨਿਰਭਰ ਹੋਣ ਲੱਗ ਪੈਂਦੇ ਹਾਂ। ਅਸੀਂ ਅਕਸਰ ਆਪਣਾ ਧਿਆਨ ਦਾ ਸਮਾਂ ਇਹ ਅਰਦਾਸ ਕਰਦੇ ਹੋਏ ਖਤਮ ਕਰਦੇ ਹਾਂ ਕਿ ਸਾਨੂੰ ਸਾਰਾ ਦਿਨ ਇਹ ਦਰਸਾਇਆ ਜਾਵੇ ਕਿ ਸਾਡਾ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ, ਕਿ ਸਾਨੂੰ ਉਹ ਸਭ ਦਿੱਤਾ ਜਾਵੇ ਜਿਸ ਦੀ ਇਹਨਾਂ ਮੁਸ਼ਕਲਾਂ ਨੂੰ ਨਿਪਟਣ ਲਈ ਲੋੜ ਪਵੇ। ਅਸੀਂ ਖਾਸ ਤੌਰ 'ਤੇ ਸਵੈ ਇੱਛਾ ਤੋਂ ਆਜ਼ਾਦੀ ਮੰਗਦੇ ਹਾਂ ਅਤੇ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਸਿਰਫ ਆਪਣੇ ਲਈ ਹੀ ਨਾ ਮੰਗੀਏ। ਅਸੀਂ ਆਪਣੇ ਲਈ ਵੀ ਮੰਗ ਸਕਦੇ ਹਾਂ ਜੇਕਰ ਦੂਜਿਆਂ ਦਾ ਭਲਾ ਹੁੰਦਾ ਹੋਵੇ। ਅਸੀਂ ਧਿਆਨ ਰੱਖਦੇ ਹਾਂ ਕਿ ਅਸੀਂ ਆਪਣੇ ਸਵਾਰਥੀ ਮਕਸਦਾਂ ਲਈ ਕਦੇ ਨਾ ਅਰਦਾਸ ਕਰੀਏ। ਸਾਡੇ ਵਿੱਚੋਂ ਬਹੁਤਿਆਂ ਨੇ ਇਹ ਸਭ ਕਰਦੇ ਹੋਏ ਬਹੁਤ ਸਾਰਾ ਸਮਾਂ ਬਰਬਾਦ ਕੀਤਾ ਹੈ, ਪਰ ਇਹ ਕੰਮ ਨਹੀਂ ਕਰਦਾ। ਅਜਿਹਾ ਕਿਉਂ ਨਹੀਂ ਹੁੰਦਾ, ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ। ਜੇ ਹਾਲਾਤ ਦੀ ਮੰਗ ਹੋਵੇ ਤਾਂ ਅਸੀਂ ਸਵੇਰੇ ਦੇ ਧਿਆਨ ਵੇਲੇ ਆਪਣੀ ਪਤਨੀ
ਜਾਂ ਦੋਸਤਾਂ ਨੂੰ ਸ਼ਾਮਲ ਹੋਣ ਲਈ ਆਖਦੇ ਹਾਂ। ਜੇਕਰ ਸਾਡਾ ਇੱਕ ਐਸੀ ਧਾਰਮਿਕ ਸੰਸਥਾ ਨਾਲ ਸੰਬੰਧ ਹੈ ਜਿਸ ਵਿੱਚ ਸਵੇਰ ਦੀ ਪੂਜਾ ਹੁੰਦੀ ਹੈ, ਅਸੀਂ ਉਹ ਵੀ ਕਰਦੇ ਹਾਂ। ਜੇ ਅਸੀਂ ਧਾਰਮਿਕ ਸੰਸਥਾਵਾਂ ਦੇ ਮੈਂਬਰ ਨਹੀਂ ਤਾਂ ਅਸੀਂ ਕਈ ਵਾਰ ਐਸੀਆਂ ਕੁਝ ਪ੍ਰਾਰਥਨਾਵਾਂ ਨੂੰ ਯਾਦ ਕਰ ਲੈਂਦੇ ਹਾਂ ਜਿਹੜੀਆਂ ਉਹਨਾਂ ਸਿਧਾਂਤਾਂ 'ਤੇ ਜ਼ੋਰ ਦਿੰਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕਰ ਚੁੱਕੇ ਹਾਂ। ਕਈ ਲਾਭਕਾਰੀ ਕਿਤਾਬਾਂ ਵੀ ਹਨ। ਇਹਨਾਂ ਬਾਰੇ ਆਪਣੇ ਪੁਜਾਰੀ, ਪਾਦਰੀ ਜਾਂ ਧਾਰਮਿਕ ਆਗੂ ਤੋਂ ਵੀ ਸੁਝਾਅ ਲੈ ਸਕਦੇ ਹਾਂ। ਜਿੱਥੇ ਧਾਰਮਿਕ ਲੋਕ ਠੀਕ ਕਹਿੰਦੇ ਹੋਣ ਉੱਥੇ ਤੁਰੰਤ ਗੌਰ ਕਰੋ। ਜੋ ਉਹ ਦੱਸਦੇ ਹੋਣ ਉਸ ਦਾ ਫਾਇਦਾ ਚੁੱਕੋ। ਦਿਨ ਦੇ ਦੌਰਾਨ ਜਦੋਂ ਅਸੀਂ ਉਤੇਜਿਤ ਹੋਏ ਹੁੰਦੇ ਹਾਂ, ਅਸੀਂ ਰੁਕ ਕੇ ਠੀਕ ਵਿਚਾਰ ਜਾਂ ਕਾਰਵਾਈ ਲਈ ਅਰਦਾਸ ਕਰਦੇ ਹਾਂ। ਅਸੀਂ ਲਗਾਤਾਰ ਆਪਣੇ ਆਪ ਨੂੰ ਯਾਦ ਕਰਵਾਉਂਦੇ ਰਹਿੰਦੇ ਹਾਂ ਕਿ ਹੁਣ ਇਹ ਦੁਨੀਆ ਅਸੀਂ ਨਹੀਂ ਚਲਾ ਰਹੇ, ਅਤੇ ਹਰ ਰੋਜ਼ ਬਾਰ-ਬਾਰ ਨਿਮਰਤਾ ਨਾਲ ਆਪਣੇ ਆਪ ਨੂੰ ਇਹ ਕਹਿੰਦੇ ਹਾਂ, ਤੁਹਾਡਾ ਕੀਤਾ ਹੀ ਹੋਵੇਗਾ। ਫਿਰ ਸਾਨੂੰ ਉਤੇਜਨਾ, ਡਰ, ਗੁੱਸਾ, ਚਿੰਤਾ ਅਤੇ ਆਪਣੇ ਆਪ 'ਤੇ ਤਰਸ ਖਾਣ ਜਾਂ ਮੂਰਖ ਫੈਸਲੇ ਕਰਨ ਦਾ ਘੱਟ ਖਤਰਾ ਹੁੰਦਾ ਹੈ। ਅਸੀਂ ਹੋਰ ਨਿਪੁੰਨ ਹੋ ਜਾਂਦੇ ਹਾਂ। ਅਸੀਂ ਆਸਾਨੀ ਨਾਲ ਥੱਕਦੇ ਨਹੀਂ, ਕਿਉਂਕਿ ਅਸੀਂ ਆਪਣੀ ਸ਼ਕਤੀ ਮੂਰਖਤਾ ਨਾਲ ਜਾਇਆ ਨਹੀਂ ਕਰ ਰਹੇ। ਜਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਆਪਣੇ ਹੀ ਹਿਸਾਬ ਨਾਲ ਚਲਾਉਣ ਵੇਲੇ ਕੀਤੀ ਸੀ। ਇਹ ਅਸਰ ਕਰਦਾ ਹੈ। ਇਹ ਵਾਕਈ ਅਸਰ ਕਰਦਾ ਹੈ। ਅਸੀਂ ਸ਼ਰਾਬੀ, ਅਨੁਸ਼ਾਸਨਹੀਣ ਹੁੰਦੇ ਹਾਂ। ਅਸੀਂ ਇਸ ਲਈ ਰੱਬ ਨੂੰ ਆਪਣੀ ਜ਼ਿੰਦਗੀ ਉਸ ਸਧਾਰਨ ਤਰੀਕੇ ਨਾਲ ਅਨੁਸ਼ਾਸਿਤ ਕਰਨ ਦਿੰਦੇ ਹਾਂ ਜਿਸ ਦਾ ਅਸੀਂ ਹੁਣੇ-ਹੁਣੇ ਹੀ ਜ਼ਿਕਰ ਕੀਤਾ ਹੈ। ਪਰ ਇਹੀ ਸਭ ਕੁਝ ਨਹੀਂ, ਅਜੇ ਹੋਰ ਬਹੁਤ ਕਾਰਵਾਈ ਦੀ ਲੋੜ ਹੈ। ਅਮਲ ਵਿੱਚ ਲਿਆਏ ਬਿਨਾਂ ਵਿਸ਼ਵਾਸ ਮੁਰਦਾ ਹੈ। ਅਗਲਾ ਚੈਪਟਰ ਪੂਰੀ ਤਰ੍ਹਾਂ 12ਵੇਂ ਕਦਮ ਨਾਲ ਸੰਬੰਧਿਤ ਹੈ।